ਲਿਵਿੰਗ ਇੰਡੀਆ ਨਿਊਜ਼ ਪੰਜਾਬ ਦੇ ਵਿੱਚ ਸਾਡੇ ਸਾਰੇ ਦਰਸ਼ਕਾਂ ਦਾ ਜੀ ਆਇਆਂ। ਮੈਂ ਹਾਂ ਨਵਨੀਤ ਸਿੰਘ ਵਦਵਾ ਤੇ ਲੈ ਕੇ ਹਾਜ਼ਰ ਹਾਂ ਅੱਜ ਦਾ ਪਖਦਾ ਮਸਲਾ ਪਖਦਾ ਚੁੱਕਿ ਮਸਲਾ ਇੱਕ ਮੰਤਰੀ ਔਰ ਮੰਤਰੀ ਤੇ ਕਥਿਤ ਘੁਟਾਲੇ ਦੇ ਇਲਜ਼ਾਮ ਨੂੰ ਲੈ ਕੇ ਹੈ। ਸਵਾਲ ਬਾਰ-ਬਾਰ ਖੜੇ ਹੋ ਰਹੇ ਨੇ ਕਿ ਆਖਿਰਕਾਰ ਇਹ ਘੁਟਾਲਾ ਹੋਇਆ ਹੈ ਜਾਂ ਸਿਰਫ ਔਰ ਸਿਰਫ ਸਿਆਸਤ ਹੈ। ਸਵਾਲ ਇਹ ਵੀ ਉੱਠ ਰਹੇ ਨੇ ਕਿ ਜੇ ਘੁਟਾਲਾ ਹੋਇਆ ਤੇ ਜਾਂਚ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ, ਕਿਉਂਕਿ ਜਾਂਚ ਨੂੰ ਲੈ ਕੇ ਕਈ ਸਵਾਲ ਨੇ। ਮੁੱਖ ਮੰਤਰੀ ਵੱਲੋਂ ਜਾਂਚ ਦੇ ਹੁਕਮ ਦੇ ਦਿੱਤੇ ਗਏ ਨੇ ਚੀਫ ਸੈਕਟਰੀ ਦੀ ਅਗਵਾਈ ਦੇ ਵਿੱਚ, ਪਰ ਵਿਰੋਧੀ ਕਹਿ ਰਹੇ ਨੇ ਕਿ ਸੀਬੀਆਈ ਤੋਂ ਜਾਂਚ ਕਰਾਈ ਜਾਏ। ਦੂਜੇ ਪਾਸੇ ਕਿਉਂਕਿ ਸੈਂਟਰ ਤੋਂ ਆਏ ਫੰਡ ਤੋਂ ਲੈ ਕੇ ਇਸ ਘੁਟਾਲੇ ਦੀ ਗੱਲ ਕਹੀ ਜਾ ਰਹੀ ਹੈ, ਸੋ ਸੈਂਟਰ ਵੱਲੋਂ ਵੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਨੇ। ਸ਼ੁਰੂਆਤ ਇਸ ਵੱਡੀ ਖਬਰ ਦੇ ਨਾਲ ਕਰਾਂਗੇ। ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਮਾਮਲੇ ਨੂੰ ਲੈ ਕੇ ਇੱਕ ਵੱਡੀ ਖਬਰ ਇਸ ਵੇਲੇ ਆ ਰਹੀ ਹੈ ਔਰ ਵੱਡੀ ਖਬਰ ਹੈ ਕਿ ਕਥਿਤ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲਾ ਮਾਮਲੇ ਨਾਲ ਜੁੜੀ ਵੱਡੀ ਖਬਰ ਹੈ ਕਿ ਕੇਂਦਰੀ ਮੰਤਰੀ ਵੱਲੋਂ ਜਾਂਚ ਦੇ ਹੁਕਮ ਦੇ ਦਿੱਤੇ ਗਏ ਨੇ। ਕੇਂਦਰੀ ਮੰਤਰੀ ਨੇ ਧਰਮਸੋਤ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਨੇ, ਚੁੱਕਿ ਜਾਂਚ ਦੇ ਹੁਕਮ ਦਿੱਤੇ ਨੇ। ਥਾਵਰਚੰਦ ਗਹਿਲੋਤ ਨੇ ਵਿਭਾਗੀ ਜਾਂਚ ਦੇ ਆਦੇਸ਼, ਡਿਪਾਰਟਮੈਂਟਲ ਇਨਕੁਆਇਰੀ ਦੇ ਆਰਡਰ ਜਿਹੜੇ ਨੇ ਉਹ ਜਾਰੀ ਕਰ ਦਿੱਤੇ ਨੇ। ਕੇਂਦਰੀ ਮੰਤਰੀ ਵੱਲੋਂ ਮਾਮਲੇ ਦੀ ਵਿਭਾਗੀ ਜਾਂਚ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਤੇ ਜੁਆਇੰਟ ਸੈਕਟਰੀ ਪੱਧਰ ਦੇ 2 ਅਫਸਰਾਂ ਨੂੰ ਇਸ ਜਾਂਚ ਦਾ ਜ਼ਿੰਮਾ ਦਿੱਤਾ ਗਿਆ। ਸੋ ਵੱਡੀ ਖਬਰ, ਮੁਸ਼ਕਿਲਾਂ ਵੱਧ ਸਕਦੀਆਂ ਨੇ, ਚੁੱਕਿ ਹੁਣ ਸੈਂਟਰਲ ਮਿਨਿਸਟਰ ਥਾਵਰਚੰਦ ਗਹਿਲੋਤ ਜਿਹੜੇ ਕਿ ਇਸ ਮਹਿਕਮੇ ਦੇ ਕੇਂਦਰੀ ਮੰਤਰੀ ਨੇ, ਉਹਨਾਂ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਦੇ ਹੁਕਮ, ਹਾਲਾਂਕਿ ਇਹ ਜਾਂਚ ਡਿਪਾਰਟਮੈਂਟਲ ਇਨਕੁਆਇਰੀ ਹੈ ਜਿਸ ਦੇ ਹੁਕਮ ਦਿੱਤੇ ਗਏ ਨੇ। ਜੁਆਇੰਟ ਸੈਕਟਰੀ ਲੈਵਲ ਦੇ 2 ਆਫੀਸਰ ਨੇ ਜਿਨ੍ਹਾਂ ਨੂੰ ਇਸ ਪੂਰੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਨੇ। ਸੋ ਲਗਾਤਾਰ ਇੱਕ ਵੱਡਾ ਸੁਰਖੀ ਦਾ ਵਿਸ਼ਾ ਜਾਂ ਕਿ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਲੈ ਕੇ। ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ। ਜਾਂਚ ਪੰਜਾਬ 'ਚ ਵੀ ਹੋ ਰਹੀ ਹੈ, ਮੁੱਖ ਮੰਤਰੀ ਵੱਲੋਂ ਜਾਂਚ ਦੀ ਜ਼ਿੰਮੇਵਾਰੀ ਚੀਫ ਸੈਕਟਰੀ ਨੂੰ ਦੇ ਦਿੱਤੀ ਗਈ ਹੈ ਤੇ ਜਾਂਚ ਕੇਂਦਰ ਦੇ ਵਿੱਚ ਵੀ ਹੋ ਰਹੀ ਹੈ। ਪਰ ਸਵਾਲ ਵੱਡਾ ਹੈ ਕਿ ਜਦੋਂ ਤੱਕ ਜਾਂਚ ਹੋ ਰਹੀ ਹੈ ਉਦੋਂ ਤੱਕ ਮੰਤਰੀ ਨੂੰ ਅਹੁਦੇ ਤੇ ਰਹਿਣਾ ਚਾਹੀਦਾ ਹੈ। ਇੱਕ ਸਭ ਤੋਂ ਵੱਡਾ ਸਵਾਲ ਉੱਠ ਰਿਹਾ ਔਰ ਇਸ ਨੂੰ ਲੈ ਕੇ ਵਿਰੋਧੀ ਵੀ ਸਵਾਲ ਖੜੇ ਕਰ ਰਹੇ ਨੇ। ਇਸ ਪੂਰੇ ਮਸਲੇ ਤੇ ਚਰਚਾ ਕਰਾਂਗੇ। ਸਟੂਡੀਓ ਤੋਂ ਪਹਿਲੇ ਸਾਡੇ ਨਾਲ ਬਰਿੰਦਰ ਢਿੱਲੋਂ ਜੀ ਜੁੜ ਚੁੱਕੇ ਨੇ ਜਿਹੜੇ ਕਿ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਵੀ ਨੇ। ਢਿੱਲੋਂ ਸਾਹਿਬ, ਮੈਂ ਸਭ ਤੋਂ ਪਹਿਲਾਂ ਤੁਹਾਡੇ ਕੋਲ ਹੀ ਆ ਰਿਹਾ, ਫਿਰ ਬਾਕੀ ਮਹਿਮਾਨਾਂ ਕੋਲ ਜਾਊਂਗਾ। ਇਸ ਪੂਰੇ ਮਸਲੇ ਵਜ਼ੀਫੇ ਦੇ ਫੇਰ ਦੇ ਵਿੱਚ ਮੰਤਰੀ ਫਸਦੇ ਨਜ਼ਰ ਆ ਰਹੇ ਨੇ। ਤੁਹਾਨੂੰ ਨਹੀਂ ਲੱਗਦਾ ਕਿ ਸੀਐਮ ਸਾਹਿਬ ਵੱਲੋਂ ਜਾਂਚ ਦੇ ਹੁਕਮ ਤੇ ਦੇ ਦਿੱਤੇ ਗਏ ਨੇ, ਪਰ ਉਦੋਂ ਤੱਕ ਮੰਤਰੀ ਸਾਹਿਬ ਨੂੰ ਕਹਿਣਾ ਚਾਹੀਦਾ ਕਿ ਤੁਸੀਂ ਬੈਠੋ, ਉਦੋਂ ਤੱਕ ਜਾਂਚ ਚੱਲੇ ਔਰ ਪਾਕ ਸਾਫ ਹੋ ਕੇ ਫਿਰ ਵਾਪਸ ਅਹੁਦੇ ਤੇ ਆ ਜਾਓ? ਦੇਖੋ, ਇਹਦੇ ਅੰਦਰ ਕੋਈ ਦੋ ਰਾਏ ਨਹੀਂ। ਅਗਰ ਕਿਸੇ ਨੇ ਵੀ 19-21 ਵੀ ਕੋਈ ਚੀਜ਼ ਹੋਊਗੀ ਤੇ ਇਹਨੂੰ ਬਖਸ਼ਿਆ ਨਹੀਂ ਜਾਊਗਾ, ਇਹ ਕਲੀਅਰ ਹੈ ਇਹਦੇ ਵਿੱਚ। ਲੇਕਿਨ ਤੁਸੀਂ ਇੱਕ ਬੰਦੇ ਨੂੰ ਬਿਨਾਂ ਜਾਂਚ ਤੋਂ, ਬਿਨਾਂ ਉਸ ਤੋਂ ਆਪਾਂ ਇੱਕਦਮ ਸਾਈਡਲਾਈਨ ਕਰ ਦਈਏ, ਉਹ ਵੀ ਕਿਤੇ ਨਾ ਕਿਤੇ ਜਸਟਿਸ ਨਹੀਂ ਹੋਊਗਾ। ਗੱਲ ਇਹ ਆ, ਜਿਹੜੀ ਉਹਨਾਂ ਨੇ ਐਲੀਗੇਸ਼ਨਸ ਆ, ਜਿਹੜੀ ਉਹਨਾਂ ਦੀ ਇਨਕੁਆਇਰੀ ਰਿਪੋਰਟ ਆ, ਉਹਦੇ ਤੇ ਕਲੀਅਰ ਕੱਟ ਉਹਨਾਂ ਆਪਣਾ ACS ਜਿਹੜੇ ਉਹਨਾਂ ਦੇ ਉੱਥੋਂ ਦੇ ਆਪਣਾ ਡਿਪਾਰਟਮੈਂਟ ਦੇ ਸੈਕਟਰੀ ਆ, ਉਹਨਾਂ ਦੇ ਉੱਤੇ ਉਹਨਾਂ ਨੇ ਉਹਦੇ ਵਿੱਚ ਜੋ ਵੀ ਕੁਝ ਉਹਦੇ ਵਿੱਚ ਸਾਹਮਣੇ ਆਇਆ, ਉਹਦੇ ਵਿੱਚ ਕੋਈ ਨਾ ਕੋਈ ਮੈਲਾਫਾਈਡ ਇੰਟੈਂਸ਼ਨ ਉਹਨਾਂ ਦੀ ਰਿਪੋਰਟ ਦੇ ਮੁਤਾਬਕ, ਕੋਈ ਦੋ ਰਾਏ ਨਹੀਂ ਇਹਦੇ ਵਿੱਚ, ਉਹ ਆਂਦੀ ਆ। ਲੇਕਿਨ ਸਾਧੂ ਸਿੰਘ ਧਰਮਸੋਤ ਜੀ ਦਾ ਇਹ ਕਹਿਣਾ ਵਾ, ਕਿਉਂਕਿ ਇਹ ਜਿਹੜਾ ਕਨਫਲਿਕਟ ਆ ਡਿਪਾਰਟਮੈਂਟ ਦੇ ਸੈਕਟਰੀ ਔਰ ਮਿਨਿਸਟਰ ਦਾ ਵਾ, ਇਹਦੇ ਵਿੱਚ ਕੋਈ ਨਾ ਕੋਈ ਚੀਜ਼ ਹੋ ਸਕਦੀ ਆ। ਸੋ ਇਹਦੇ ਵਿੱਚ ਬੈਟਰ ਇਹ ਰਹੂਗਾ ਵੀ ਚੀਫ ਸੈਕਟਰੀ ਜੋ ਕਿ ਇੱਕ ਰੂਲ ਆਫ ਲਾਅ ਔਰ ਜੋ ਕਿ ਇੱਕ ਐਸਟੈਬਲਿਸ਼ਡ ਪ੍ਰੋਸੀਜਰ ਆ, ਜਿਹਦੇ ਤਹਿਤ ਇਹ ਚੀਜ਼ਾਂ ਹੁੰਦੀਆਂ ਵਾ ਔਰ ਜਿਹੜੀਆਂ ਕਿ ਪਹਿਲਾਂ ਵੀ ਐਂ ਹੀ ਹੁੰਦੀਆਂ ਆਈਆਂ। ਇਹਦੇ ਵਿੱਚ ਕੋਈ ਅਸੀਂ ਕੋਈ ਨਵੀਂ ਚੀਜ਼ ਨਹੀਂ ਕਰ ਰਹੇ ਵੀ ਇੱਕਦਮ ਉਹਦੇ ਉੱਤੇ ਉਹ ਚੀਜ਼ ਆਈ ਆ ਔਰ ਉਹਨੂੰ ਨਾਲ ਦੇ ਨਾਲ, ਹਾਂ ਬਿਲਕੁਲ, ਅਗਰ ਇਹ ਮੈਂ ਫਿਰ ਕਲੀਅਰ ਕਰ ਦਿੱਤਾ, ਇਹਦੇ ਉੱਤੇ ਜ਼ੀਰੋ ਟੋਲਰੈਂਸ ਆ ਟੁਵਰਡਸ ਕਰਪਸ਼ਨ। ਇਹਦੇ ਵਿੱਚ ਕੋਈ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਜਦੋਂ ਇੱਕ ਇਨਕੁਆਇਰੀ ਰਿਪੋਰਟ ਆ ਜੂਗੀ। ਲੇਕਿਨ ਇਹਦੇ ਨਾਲ ਨਾਲ ਆਪਾਂ ਨੂੰ ਇਹ ਵੀ ਰੱਖਣਾ ਚਾਹੀਦਾ ਵਾ, ਇੱਕ ਰੂਲ ਆਫ ਲਾਅ ਆ, ਇੱਕ ਫੇਅਰ ਟਰਾਇਲ ਆ। ਅੱਜ ਆਪਾਂ ਇੱਕ ਜੰਗਲ ਰਾਜ ਦੇ ਵਿੱਚ ਤਾਂ ਬੈਠੇ ਨਹੀਂ ਵੀ ਐਲੀਗੇਸ਼ਨ ਲੱਗਦਾ ਹੀ ਆਪਾਂ ਉਹਨੂੰ ਬਿਨਾਂ ਪ੍ਰੂਫ ਤੋਂ, ਬਿਨਾਂ ਉਤੋਂ ਕਰ ਦਈਏ। ਇੱਕ ਰਿਪੋਰਟ ਆਈ ਆ, ਉਹਦੇ ਵਿੱਚ ਉਹਨਾਂ ਦੇ ਕਨਫਲਿਕਟ ਆਫ ਇੰਟਰਸਟ, ਮੰਤਰੀ ਸਾਹਿਬ ਵੱਲੋਂ ਇਹ ਆ ਗਿਆ ਵੀ ਇਹ ਸਾਡਾ ਕਨਫਲਿਕਟ ਆਫ ਇੰਟਰਸਟ ਆ, ਮੇਰੀ ਇਹਦੇ ਨਾਲ ਬਣਦੀ ਨਹੀਂ। ਉਹਨੂੰ ਇੱਕ ਚਾਂਸ ਬਣਨਾ ਚਾਹੀਦਾ ਔਰ ਉਹ ਹੋ ਰਿਹਾ। ਅਗਰ ਉਹਦੇ ਵਿੱਚ ਕੋਈ ਗੜਬੜ ਆਊਗੀ ਤੇ ਸ਼ਰੇਆਮ ਅਸੀਂ ਪਹਿਲਾਂ ਵੀ ਹੋਇਆ ਹੈ, ਪਹਿਲਾਂ ਰਾਣਾ ਗੁਰਜੀਤ ਜੀ ਦੇ ਹੋਇਆ, ਬਿਲਕੁਲ ਹੋਇਆ, ਰਾਣਾ ਗੁਰਜੀਤ, ਪਰ ਉੱਥੇ ਅਫਸਰ ਨਹੀਂ ਸੀ, ਉੱਥੇ ਅਫਸਰ ਵਾਲਾ ਮਾਮਲਾ ਨਹੀਂ ਸੀ। ਮੈਂ ਕਹਿ ਰਿਹਾ ਅਫਸਰ ਦਾ ਮਾਮਲਾ ਜਾਂ ਇਹ ਮਾਮਲਾ ਨਹੀਂ ਹੈਗਾ। ਮਸਲਾ ਕੀ ਆ? ਮਸਲਾ ਫੈਕਟਸ ਨੂੰ ਔਨ ਪੇਪਰ ਲੈ ਕੇ ਆਣਾ। ਇਹ ਕੋਈ ਜੰਗਲ ਰਾਜ ਤਾਂ ਹੈ ਨਹੀਂ ਵੀ ਐਲੀਗੇਸ਼ਨਸ ਲੱਗ ਰਹੀਆਂ ਜਾਂ ਆਪੋਜੀਸ਼ਨ ਦੇ ਕਹਿਣ ਦੇ ਉੱਤੇ ਅਸੀਂ ਕੋਈ ਫੈਸਲੇ ਕਰ ਲੈਣੇ ਆ। ਜੋ ਰਿਪੋਰਟ ਦੇ ਵਿੱਚ, ਉਹ ਵੀ ਸਾਡੇ ਕੈਪਟਨ ਸਰਕਾਰ ਦੇ ਮੰਤਰੀ ਆ, ਕੈਪਟਨ ਸਰਕਾਰ ਦੇ ਅਫਸਰ ਆ। ਅਗਰ ਇੱਕ ਵਾਰ ਉਹ ਚੀਜ਼ ਆ ਸਕਦੀ ਹੈ ਤਾਂ ਦੁਬਾਰਾ ਕਿਉਂ ਨਹੀਂ ਆ ਸਕਦੀ? ਮੇਰਾ ਕਹਿਣ ਦਾ ਮਤਲਬ ਹੈ ਇਹ ਕੋਈ ਆਪੋਜੀਸ਼ਨ ਵੱਲੋਂ ਨਹੀਂ ਆਇਆ। ਬਰਿੰਦਰ ਜੀ, ਮੈਂ ਸਿਰਫ ਇੰਨਾ ਕਹਿਣਾ ਚਾਹ ਰਿਹਾ ਕਿ ਰਾਣਾ ਗੁਰਜੀਤ ਵਾਲੇ ਮਾਮਲੇ 'ਚ ਕੀ ਹੋਇਆ, ਕਿਹੜੀ ਰਿਪੋਰਟ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਇਆ? ਉਹਨਾਂ ਨੇ ਆਪੇ ਅਸਤੀਫਾ ਦੇ ਦਿੱਤਾ ਸੀ ਜਦੋਂ ਉਹਨਾਂ ਨੂੰ ਲੱਗਿਆ ਕਿ ਮਸਲਾ ਭਖਦਾ ਜਾ ਰਿਹਾ। ਸਵਾਲ ਬਾਰ-ਬਾਰ ਉਹੀ ਉੱਠ ਰਿਹਾ ਕਿ ਕੀ ਧਰਮਸੋਤ ਜੀ ਨੂੰ ਵੀ ਅਸਤੀਫਾ ਨਹੀਂ ਦੇ ਦੇਣਾ ਚਾਹੀਦਾ ਜਦੋਂ ਤੱਕ ਜਾਂਚ ਨਹੀਂ ਹੁੰਦੀ? ਦੇਖੋ, ਗੱਲ ਸਿੱਧੀ ਇੰਨੀ ਸਾਫ਼ ਸਪਸ਼ਟ ਆ। ਅੱਜ 2 ਦਿਨ ਹੋਏ ਆ, ਇੱਕ ਚੀਜ਼ ਨੂੰ ਟਾਈਮ ਆ, ਇੱਕ ਚੀਜ਼ ਦਾ ਸਮਾਂ ਵਾ। ਕਿਸੇ ਪ੍ਰੈਸ਼ਰ ਅੰਡਰ, ਕਿਸੇ ਆਪਣਾ ਕੀ ਕਹਿੰਦੇ ਆਪੋਜੀਸ਼ਨ ਦੇ ਝੂਠਿਆਂ, ਇਹ ਤਾਂ ਹਰ ਟਾਈਮ ਹੀ ਐਲੀਗੇਸ਼ਨ ਲੱਗਦੇ ਰਹੇ। ਔਰ ਇੱਕ ਹੋਰ ਮੈਂ ਗੱਲ ਕਹਿਣਾ, ਇਹਦੇ ਅੰਦਰ ਇੱਕ ਚੀਜ਼ ਆਪਾਂ ਨੂੰ ਮੱਦੇ ਨਜ਼ਰ ਰੱਖਣੀ ਚਾਹੀਦੀ ਆ।
ਜਿਹੜਾ ਸਕਾਲਰਸ਼ਿਪ ਦਾ ਪੈਸਾ ਵਾ ਔਰ ਜਿਹੜਾ ਮੰਤਰੀ ਦੇ ਐਲੀਗੇਸ਼ਨਸ ਆ, ਦੋ ਚੀਜ਼ਾਂ ਵਾ ਕਿ ਸਕਾਲਰਸ਼ਿਪ ਦੇ ਪੈਸੇ ਦੇ ਵਿੱਚ ਗਬਨ ਹੋਇਆ, ਅਗਰ ਗਬਨ ਹੋਇਆ ਤੇ ਉਹ ਕਿੰਨਾ ਵੱਲੋਂ ਹੋਇਆ, ਉਹ ਕਿਸ ਲੈਵਲ ਦੇ ਉੱਤੇ ਹੋਇਆ, ਔਰ ਉਹਦੀ ਜਾਂਚ ਰਿਪੋਰਟ ਜੋ ਵੀ ਉਹਦੇ ਵਿੱਚ ਆਉਂਦੀ ਆ ਉਹਦੇ ਵਿੱਚ ਕੌਣ ਇੰਡਿਕਟ ਕਰ ਰਿਹਾ, ਉਹਦੇ ਵਿੱਚ ਉਹੀ ਤੇ ਨਾਮ ਆ ਰਹੇ ਨੇ ਬਾਰ-ਬਾਰ। ਅਫਸਰ ਮੰਤਰੀ ਨੂੰ ਕਹਿ ਰਿਹਾ, ਮੰਤਰੀ ਕਹਿ ਰਿਹਾ ਅਫਸਰ ਨਾਲ ਮੇਰੀ ਨਹੀਂ ਬੰਦੀ, ਯਾਨੀ ਕਿ ਕੁਝ ਤੇ ਹੈ ਨਾ। ਮੈਂ ਬਿਲਕੁਲ ਤੁਹਾਡੀ ਗੱਲ ਸਹੀ ਆ, ਮੈਂ ਵੀ ਉਹੀ ਉਸ ਚੀਜ਼ ਨੂੰ ਇੱਕ ਚੀਜ਼ ਨੂੰ ਅਸੀਂ ਪਹਿਲਾਂ ਕਹਿ ਰਹੇ ਜ਼ੀਰੋ ਟੋਲਰੈਂਸ ਟੁਵਰਡਸ ਕਰਪਸ਼ਨ, ਕੋਈ ਵੀ ਆਊਗਾ ਉਹਨੂੰ ਬਖਸ਼ਿਆ ਨਹੀਂ ਜਾਊਗਾ, ਲੇਕਿਨ ਐਲੀਗੇਸ਼ਨਸ ਨੂੰ ਪ੍ਰੂਫ ਕਰਨ ਦਾ ਔਰ ਐਲੀਗੇਸ਼ਨ ਕੋਰਟ ਦੇ ਵਿੱਚ ਵੀ ਮਸਲਾ ਜਾਂਦਾ, ਭਾਵੇਂ ਅੱਜ ਮਰਡਰ ਹੋਇਆ ਔਨ ਕੈਮਰਾ ਮਰਡਰ ਹੋ ਜਾਂਦਾ, ਆਪਾਂ ਇਹ ਥੋੜਾ ਵੀ ਆਪਾਂ ਉਹਨੂੰ ਅਗਲੇ ਦਿਨ ਹੀ ਫਾਂਸੀ ਲਾ ਦੇਈਦੀ। ਇੱਕ ਰੂਲ ਆਫ ਲਾਅ ਆ, ਇੱਕ ਪ੍ਰੋਸੀਜਰ ਆ, ਇੱਕ ਚੀਫ ਸੈਕਟਰੀ ਦੀ ਜਾਂਚ ਆ, ਆਪਾਂ ਇਸ ਚੀਜ਼ ਨੂੰ ਇਹ ਕੋਈ ਆਪੋਜੀਸ਼ਨ ਵੱਲੋਂ ਲਾਇਆ ਐਲੀਗੇਸ਼ਨ ਤਾਂ ਨਹੀਂ। ਜਾਂਚ ਮੈਂ ਮੰਨ ਗਿਆ, ਅਫਸਰ ਨੇ ਮੇਰਾ ਨਾ ਬੜਾ ਇੱਕ ਲੇਮੈਨ ਸਵਾਲ ਹੈ, ਇੱਕ ਆਮ ਬੰਦੇ ਵਾਲਾ ਸਵਾਲ ਜੀ। ਮੰਤਰੀ ਦੇ ਉੱਤੇ ਜਾਂਚ, ਚੀਫ ਸੈਕਟਰੀ ਨੂੰ ਕਹਿਤਾ ਵੀ ਜਾਂਚ ਕਰੋ, ਸਾਰਾ ਕੁਝ ਕਹੋ ਜੀ, ਮੰਤਰੀ ਅਹੁਦੇ ਤੇ ਨੇ ਜੀ, ਕੀ ਪ੍ਰਭਾਵਿਤ ਨਹੀਂ ਹੋਏਗੀ ਜਾਂਚ? ਮੈਂ ਤੁਹਾਨੂੰ ਫਿਰ ਉਹੀ ਗੱਲ ਕਹਿਣਾ, ਫਿਰ ਤਾਂ ਇਹਦਾ ਮਤਲਬ ਉਹੀ ਹੋਇਆ ਨਾ, ਤੁਸੀਂ ਜਿਹੜੇ ਅਫਸਰਾਂ ਨੇ ਪਹਿਲੋਂ ਜਿੰਨੇ ਇਨਕੁਆਇਰੀ ਰਿਪੋਰਟ ਆਪਣਾ ਇਹ ਉਹਨੂੰ ਬੇਬਾਕ ਇਨਕੁਆਇਰੀ ਰਿਪੋਰਟ ਅਗਰ ਆਪਾਂ ਮੰਨ ਲਈਏ ਉਹਨਾਂ ਦੀ ਇਨਕੁਆਇਰੀ ਰਿਪੋਰਟ ਵੀ ਸਹੀ ਆ, ਉਹ ਵੀ ਕਾਂਗਰਸ ਪਾਰਟੀ ਦੇ ਅਫਸਰ ਆ, ਇਹੋ ਹੀ ਗੱਲ ਕਹਿੰਦੇ ਆ ਵੀ ਅਫਸਰ ਸਰਕਾਰ ਦਾ ਜਾਂ ਇਹ ਸਾਰੀ ਚੀਜ਼ ਦੀ ਗੱਲ ਕਰਦੇ ਆ, ਤੇ ਆਪਾਂ ਉਦੋਂ ਵੀ ਐਲੀਗੇਸ਼ਨ ਲੱਗੇ, ਤੁਹਾਨੂੰ ਇੱਕ ਫੇਅਰ ਟ੍ਰਾਇਲ ਦੇਣ ਦੀ ਤਾਂ ਕੋਈ ਹਰਜ ਨਹੀਂ ਹੈਗਾ। ਔਰ ਅਗਰ ਅੱਜ ਉਸ ਚੀਜ਼ ਦੇ ਵਿੱਚ ਬਿਲਕੁਲ ਸਹੀ ਗੱਲ, ਉਹ ਸਾਧੂ ਸਿੰਘ ਦੀ ਜਿਹੜਾ ਨਿੱਜੀ ਫੈਸਲਾ ਵਾ, ਅਗਰ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ। ਮੈਂ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਹੈ, ਸਰਕਾਰ ਨੇ ਚੀਫ ਸੈਕਟਰੀ ਨੂੰ ਪ੍ਰੂਫ ਦੇਤੀ, ਔਰ ਕੈਪਟਨ ਅਮਰਿੰਦਰ ਸਿੰਘ ਜੀ ਦਾ ਮੈਂ ਕਲੀਅਰ ਕੱਟ ਇਹ ਗੱਲ ਕਹਿ ਦਿੰਦਾ ਵੀ ਜ਼ੀਰੋ ਟੋਲਰੈਂਸ ਟੁਵਰਡਸ ਕਰਪਸ਼ਨ। ਅਗਰ ਉਹਦੇ ਵਿੱਚ ਅੱਜ ਆਪਾਂ ਜੰਗਲ ਰਾਜ ਥੋੜਾ ਵਾ ਵੀ ਅੱਜ ਉੱਤੇ ਐਲੀਗੇਸ਼ਨ ਲੱਗੇ ਤੇ ਕੱਲ ਨੂੰ ਤੁਸੀਂ ਪ੍ਰੈਸ਼ਰ ਦੇ ਅੰਡਰ ਅਸਤੀਫਾ ਲੈ ਲਓ। ਮੈਂ ਫਿਰ ਕਹਿੰਦਾ ਮਰਡਰ ਜਦੋਂ ਕੈਮਰੇ ਤੇ ਵੀ ਹੁੰਦਾ, ਇੱਕ ਰੂਲ ਆਫ ਲਾਅ ਆ, ਇੱਕ ਰੂਲ ਆਫ ਪ੍ਰੋਸੀਜਰ ਆ। ਅੱਜ ਉਹ ਜਿਹੜੀ ਉਹਨਾਂ ਦੇ ਮਹਿਕਮੇ ਚੋਂ ਇਨਕੁਆਇਰੀ ਕੱਢ ਕੇ ਹਾਈਐਸਟ ਮਤਲਬ ਜੇ ਕੋਈ ਐਕਸ਼ਨ ਹੋਏਗਾ ਤੇ ਜਾਂਚ ਤੋਂ ਬਾਅਦ ਹੋਏਗਾ, ਉਸ ਤੋਂ ਪਹਿਲੇ ਹਾਈਐਸਟ ਲੈਵਲ ਅਗਰ ਚੀਫ ਸੈਕਟਰੀ ਦੇ ਉੱਤੇ ਪਹੁੰਚ ਗਿਆ ਵਾ, ਹਾਂ ਪ੍ਰੋਪਰਾਈਟੀ ਦੀ ਗੱਲ ਕਰਨਾ ਚਾਹੁੰਦੇ ਹੋ, ਮੋਰੈਲਿਟੀ ਦੀ ਗੱਲ ਕਰਨਾ ਚਾਹੁੰਦੇ ਹੋ, ਕੌਨਸ਼ੀਅਸ ਦੀ ਗੱਲ ਕਰਨਾ ਚਾਹੁੰਦੇ ਹੋ, ਬਿਲਕੁਲ ਉਹਦੇ ਉੱਤੇ ਸਵਾਲੀਆ ਚਿੰਨ੍ਹ ਉਹਦੇ ਤੇ ਉਹ ਹੋ ਸਕਦੇ ਆ, ਉਹ ਚੀਫ ਮਿਨਿਸਟਰ ਔਰ ਸਾਧੂ ਸਿੰਘ ਜੀ ਦੀ ਆਪਸ ਦੀ ਗੱਲ ਆ। ਲੇਕਿਨ ਐਵੇਂ ਆਪਾਂ ਇੱਕ ਹਊਆ ਬਣਾਉਣਾ ਔਰ ਇੱਕ ਪ੍ਰੈਸ਼ਰ ਕ੍ਰੀਏਟ ਕਰਨਾ, ਆਪੋਜੀਸ਼ਨ ਦੇ ਪ੍ਰੈਸ਼ਰ ਕਰਕੇ ਕੁਝ ਨਹੀਂ ਹੋਣਾ। ਕਾਂਗਰਸ ਪਾਰਟੀ 'ਚ ਪਹਿਲਾਂ ਵੀ ਐ ਹੁੰਦਾ ਰਿਹਾ ਔਰ ਅੱਗੇ ਵੀ ਹੁੰਦਾ ਰਹੂਗਾ, ਕਿਤੇ ਵੀ ਕੋਈ ਗੜਬੜ ਹੋਊਗੀ ਉਹਨੂੰ ਬਖਸ਼ਿਆ ਨਹੀਂ ਜਾਊਗਾ। ਟੀਨੂ ਜੀ ਜਿੰਨੇ ਮਰਜ਼ੀ ਧਰਨੇ ਦੇ ਲੋ, ਆਪੋਜੀਸ਼ਨ ਦੇ ਪ੍ਰੈਸ਼ਰ ਸਰਕਾਰ ਨਹੀਂ ਆਉਣ ਵਾਲੀ। ਬਰਿੰਦਰ ਢਿੱਲੋਂ ਜੀ ਸਾਫ਼ ਕਹਿ ਰਹੇ ਨੇ ਜੋ ਹੋਏਗਾ ਸਿਸਟਮ ਦੇ ਅਕੋਰਡਿੰਗ ਹੋਏਗਾ। ਮੈਨੂੰ ਸੁਣ ਕੇ ਢਿੱਲੋਂ ਸਾਹਿਬ ਦੀਆਂ ਗੱਲਾਂ ਬੜੀ ਹੈਰਾਨੀ ਹੋ ਰਹੀ ਹੈ ਕਿ ਚੀਫ ਸੈਕਟਰੀ ਜਿਹੜਾ ਐਡੀਸ਼ਨਲ ਚੀਫ ਸੈਕਟਰੀ ਆ ਬੜਾ ਸੀਨੀਅਰ ਅਫਸਰ ਆ ਔਰ ਪਿਛਲੇ 1.5-2 ਸਾਲ ਤੋਂ ਉਸ ਅਹੁਦੇ ਤੇ ਹੈ, ਤੇ ਲਗਾਤਾਰ ਅਖਬਾਰਾਂ ਵੀ ਇਸ ਗੱਲ ਨੂੰ ਚੱਕ ਰਹੀਆਂ, ਅਸੀਂ ਵੀ ਚੱਕਿਆ, ਵਿਧਾਨ ਸਭਾ 'ਚ ਵੀ ਚੱਕਿਆ ਬਈ ਹਰ ਸਾਲ 1 ਲੱਖ ਬੱਚਾ ਪ੍ਰਾਈਵੇਟ ਇੰਸਟੀਚਿਊਸ਼ਨ ਤੋਂ ਸ਼ਡਿਊਲ ਕਾਸਟ ਬੱਚਾ ਦੂਰ ਹੋ ਰਿਹਾ ਐਜੂਕੇਸ਼ਨ ਤੋਂ, ਔਰ ਬੱਚਿਆਂ ਨੂੰ ਡਿਗਰੀਆਂ ਤੱਕ ਨਹੀਂ ਮਿਲ ਰਹੀਆਂ, ਤੇ ਇਹ ਹਾਲੇ ਜਾਂਚ ਦੇ ਉੱਤੇ ਜਾਂਚ ਬਿਠਾ ਰਹੇ ਆ। ਦੇਖੋ ਉਹ ਵੀ ਆਈਐਸ ਅਫਸਰ ਸੀਨੀਅਰ ਹੈ ਜਿਹਨੇ ਜਾਂਚ ਕੀਤੀ ਆ, ਤੇ ਚੀਫ ਸੈਕਟਰੀ ਵੀ ਸੀਨੀਅਰ ਆਈਐਸ ਅਫਸਰ ਆ। ਇਹ ਜਾਂਚ ਦਾ ਕੀ, ਇਹਦਾ ਮਾਇਨੇ ਕੀ ਆ? ਇਹ ਤਾਂ ਲੋਕਾਂ ਦੀਆਂ ਅੱਖਾਂ 'ਚ ਮਿੱਟੀ ਘੱਟਾ ਪਾਉਣ ਵਾਲੀ ਗੱਲ ਆ। ਜੇ ਕੈਪਟਨ ਅਮਰਿੰਦਰ ਸਿੰਘ ਜੀ 'ਚ ਜਰਾ ਜਿੰਨੀ ਵੀ ਇਮਾਨਦਾਰੀ ਹੁੰਦੀ ਜਾਂ ਉਹ ਆਪ ਉਹਨਾਂ ਦਾ ਦਾਮਨ ਸਾਖ ਪਵਿੱਤਰ ਹੁੰਦਾ ਤਾਂ ਉਹ ਤੁਰੰਤ ਸਾਧੂ ਸਿੰਘ ਜੀ ਨੂੰ ਕਹਿੰਦੇ ਵੀ ਤੂੰ ਅਸਤੀਫਾ ਦੇ ਦੇ, ਤੇ ਜਾਂਚ ਜਿੱਦਾਂ ਸਾਰੇ ਲੋਕ ਪੰਜਾਬ ਦੇ ਕਹਿ ਰਹੇ ਆ। ਦੇਖੋ ਇਹ ਕਹਿੰਦੇ ਵੀ ਅਸੀਂ ਪ੍ਰੈਸ਼ਰ 'ਚ ਨਹੀਂ ਆਉਣਾ, ਸਾਡਾ ਤਾਂ ਪ੍ਰੈਸ਼ਰ ਕੋਈ ਨਹੀਂ, ਲੇਕਿਨ ਪੰਜਾਬ ਦੇ ਲੋਕਾਂ ਦੇ ਬੱਚਿਆਂ ਦੀ ਐਜੂਕੇਸ਼ਨ ਦਾ, ਉਹਨਾਂ ਦੇ ਭਵਿੱਖ ਦਾ ਸਵਾਲ ਆ, ਪ੍ਰੈਸ਼ਰ ਦਾ ਨਹੀਂ ਹੈ ਸਾਡਾ, ਅਸੀਂ ਕਾਹਦਾ ਪ੍ਰੈਸ਼ਰ ਪਾ ਸਕਦੇ। ਲੇਕਿਨ ਲੋਕਤੰਤਰ ਦੇ ਅੰਦਰ ਜਿਹੜੀ ਪਾਰਟੀ ਰੂਲਿੰਗ ਪਾਰਟੀ ਆਪੋਜੀਸ਼ਨ ਨੂੰ ਸੁਣਦੀ ਨਹੀਂ, ਅਹਿਮੀਅਤ ਨਹੀਂ ਦਿੰਦੀ, ਇਹਦਾ ਮਤਲਬ ਉਹ ਹੈਂਕੜਬਾਜ਼ ਆ, ਇਹਦਾ ਮਤਲਬ ਉਹ ਡਿਕਟੇਟਰਸ਼ਿਪ ਵਾਲਾ ਰਵਈਆ ਤਿਆਰ ਕਰਕੇ ਬੈਠੀ ਹੈ। ਟੀਨੂ ਜੀ ਇੱਕ ਚੀਜ਼ ਹੋਰ ਇਹਦੇ ਚ ਥੋੜਾ ਜਿਹਾ ਗੌਰ ਕਰਨ ਵਾਲੀ ਹੈ ਕਿ ਪਿਛਲੇ 3-3.5 ਸਾਲਾਂ ਤੋਂ ਜਦੋਂ ਤੋਂ ਸਰਕਾਰ ਬਣੀ ਹੈ ਉਦੋਂ ਤੋਂ 2 ਮਹੀਨੇ ਬਾਅਦ ਤੋਂ ਲਗਾਤਾਰ ਸਵਾਲ ਕੀਤੇ ਜਾ ਰਹੇ ਨੇ ਕਿ ਵੀ ਸਕਾਲਰਸ਼ਿਪ ਤੁਹਾਡੀ ਸਮੇਂ ਦੇ ਵਿੱਚ ਵੀ ਕਾਫੀ ਰੁਕੀ ਰਹੀ, ਤੇ ਉਹ ਸਵਾਲ ਜਦੋਂ ਕੀਤੇ ਗਏ ਮੰਤਰੀ ਜੀ ਨੂੰ, ਕਈ ਵਾਰ ਕੀਤੇ, ਮੈਂ ਆਪ ਕੀਤੇ, ਉਹ ਕਹਿੰਦੇ ਜੀ ਪਿਛਲੀ ਸਰਕਾਰ ਦੀਆਂ ਗੜਬੜੀਆਂ ਨੇ, ਉਹਦਾ ਆਡਿਟ ਕਰਾ ਰਹੇ ਹਾਂ। 3 ਸਾਲ ਆਡਿਟ ਕਰਾਉਣ ਚ ਨਿਕਲ ਗਏ। ਘੁਟਾਲਾ ਪਿਛਲੀ ਸਰਕਾਰ ਦਾ ਵੱਡਾ ਸੀ ਕਿ 3 ਸਾਲ ਚ ਆਡਿਟ ਨਹੀਂ ਹੋਇਆ, ਜਾਂ ਨਾ 3 ਸਾਲਾਂ ਚ ਘੁਟਾਲਾ ਹੀ ਹੋਇਆ ਆਡਿਟ ਦੇ ਨਾਂ ਤੇ? ਦੇਖੋ ਤੁਸੀਂ ਕਹਿੰਦੇ 3 ਸਾਲ, 3.5 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ, ਆਡਿਟ ਇਹਨਾਂ ਦੀ ਹੱਲੇ ਵੀ ਕੰਪਲੀਟ ਨਹੀਂ ਹੋਈ। ਆਡਿਟ ਕਿਉਂ ਇੰਨੀ? ਪਹਿਲਾਂ ਮੈਨੂੰ ਯਾਦ ਆ ਸਾਧੂ ਸਿੰਘ ਜੀ ਨੇ ਕਿਹਾ ਵੀ ਮੈਂ 400 ਕਰੋੜ ਰੁਪਇਆ ਰਿਕਵਰ ਕਰ ਲਿਆ ਆਡਿਟ ਦਾ, ਫਿਰ ਹੌਲੀ ਹੌਲੀ ਘਟ ਕੇ ਉਹ 250 ਕਰੋੜ ਆ ਗਿਆ। ਮੈਂ ਅੱਜ ਢਿੱਲੋਂ ਸਾਹਿਬ ਨੂੰ ਪੁੱਛਦਾ, ਅੱਜ ਦੱਸ ਦਿਓ ਆਡਿਟ ਦੇ ਤੁਸੀਂ ਕਿੰਨੇ ਪੈਸੇ ਰਿਕਵਰ ਕੀਤੇ ਆ, ਤੁਸੀਂ ਕਿੰਨੇ ਪੈਸੇ ਰਿਕਵਰ ਕੀਤੇ? ਨੰਬਰ 1 ਤੁਸੀਂ ਕਹਿੰਦੇ ਸੀ ਬੜੀ ਛਾਤੀ ਤੇ ਹੱਥ ਮਾਰ ਕੇ ਸਾਧੂ ਸਿੰਘ ਜੀ ਕਹਿੰਦੇ ਸੀ ਮੈਂ ਠੋਕ ਦਊਂਗਾ ਉਹਨਾਂ ਕਾਲਜਾਂ ਨੂੰ, ਯੂਨੀਵਰਸਿਟੀਆਂ ਨੂੰ ਜਿਨ੍ਹਾਂ ਨੇ ਹੇਰਾਫੇਰੀ ਕੀਤੀ ਹੈ। ਦੱਸੋ
ਅੱਜ ਤੱਕ ਤੁਸੀਂ 3.5 ਸਾਲ ਚ ਕਿੰਨੇ ਜਿਹੜੇ ਦਾਗੀ ਇੰਸਟੀਟਿਊਸ਼ਨ ਸੀ ਉਹਨਾਂ ਤੇ ਕਿੰਨਿਆਂ ਤੇ FIR ਕੀਤੀ ਆ, ਕਿੰਨਿਆਂ ਨੂੰ ਤੁਸੀਂ ਉਹਨਾਂ ਦੀ ਐਫੀਲੀਏਸ਼ਨ ਖਤਮ ਕੀਤੀ ਆ, ਕੋਈ ਕਾਰਵਾਈ ਨਹੀਂ ਹੋਈ। ਚਲੋ ਮੈਂ ਜਿਹੜੀ ਗੱਲ ਤੁਸੀਂ ਕਹਿਣਾ ਚਾਹ ਰਹੇ ਹੋ ਕਿ ਇਹ ਜ਼ਰੂਰ ਕਿਹਾ ਗਿਆ ਘੁਟਾਲਾ ਹੋਇਆ ਪਰ ਕਾਰਵਾਈ ਕੋਈ ਨਹੀਂ ਹੋਈ, ਯਾਨੀ ਕਿ ਹਰ ਮਸਲੇ ਜਿੰਨੇ ਵੀ ਪਿਛਲੀ ਸਰਕਾਰ ਦੇ ਸੀ ਬਾਰ-ਬਾਰ ਇਹ ਗੱਲ ਕਹੀ ਗਈ ਘੁਟਾਲਾ ਪਰ ਕਾਰਵਾਈ ਕਿੰਨੀ ਹੋਈ ਸਾਰਿਆਂ ਦੇ ਸਾਹਮਣੇ। ਠੀਕ ਦੇਖੋ ਇਹ ਕਹਿੰਦੇ ਅਸੀਂ ਆਪੋਜੀਸ਼ਨ ਦੇ ਪ੍ਰੈਸ਼ਰ 'ਚ ਨਹੀਂ ਆਉਣਾ, ਬਿਲਕੁਲ ਨਹੀਂ ਆਉਂਦੇ ਇਹ ਪ੍ਰੈਸ਼ਰ। ਚਾਹੇ ਅੰਮ੍ਰਿਤਸਰ 'ਚ ਰੇਲ ਨੇ ਬੰਦੇ ਮਾਰਤੇ, ਚਾਹੇ ਇੱਥੇ ਮਾਈਨਿੰਗ ਹੋ ਰਹੀ ਆ ਔਰ CBI ਦੀ ਇਨਕੁਆਇਰੀ ਹਾਈ ਕੋਰਟ ਮਾਰ ਕਰ ਰਿਹਾ, ਚਾਹੇ ਇੱਥੇ ਬੀਜ ਘੁਟਾਲੇ ਹੋ ਰਹੇ ਆ, ਤੇ ਚਾਹੇ ਇੱਥੇ ਜ਼ਹਿਰੀਲੀ ਸ਼ਰਾਬ ਨਾਲ ਲੋਕ ਮਰ ਗਏ। ਇਹ ਪ੍ਰੈਸ਼ਰ ਮੈਂ ਵਾਪਸ ਮਸਲੇ ਤੇ ਆਣਾ। ਬੀਬੀ ਸਰਬਜੀਤ ਕੌਰ ਮਾਨੂਕੇ ਜੀ ਸਾਡੇ ਨਾਲ ਨੇ, ਰਾਜੇਸ਼ ਪਾਗਾ ਜੀ ਵੀ ਭਾਜਪਾ ਤੋਂ ਜੁੜੇ ਹੋਏ ਨੇ। ਬੀਬੀ ਮਾਨੂਕੇ ਜੀ, ਮੈਂ ਇੱਕ ਚੀਜ਼ ਸਮਝਣੀ ਚਾਹ ਰਿਹਾ ਕਿ ਬਰਿੰਦਰ ਢਿੱਲੋਂ ਜੀ ਨੇ ਕਹਿਤਾ ਕਿ ਮਹਿਕਮਾ ਆਪਣਾ ਕੰਮ ਕਰ ਰਿਹਾ, ਸਰਕਾਰ ਆਪਣਾ ਕੰਮ ਕਰ ਰਹੀ ਹੈ, ਐਵੇਂ ਪ੍ਰੈਸ਼ਰ ਦੇ ਆ ਕੇ ਕੋਈ ਕਾਰਵਾਈ ਨਹੀਂ ਕੀਤੀ ਜਾਏਗੀ, ਪਰ ਸਵਾਲ ਵੱਡਾ ਹੈ ਕਿ ਪ੍ਰੈਸ਼ਰ ਪਾਇਆ ਕਿਉਂ ਜਾ ਰਿਹਾ ਹੈ? ਆਮ ਲੋਕਾਂ ਕਰਕੇ, ਉਹਨਾਂ ਦਲਿਤ ਵਿਦਿਆਰਥੀਆਂ ਕਰਕੇ, ਉਹਨਾਂ ਦੀ ਪੜ੍ਹਾਈ ਕਰਕੇ, ਜਿਹੜਾ ਕਿ ਮੁੱਢਲਾ ਅਧਿਕਾਰ ਹੈ, ਕਿ ਪ੍ਰੈਸ਼ਰ ਨਾ ਪਾਇਆ ਜਾਏ। ਮੈਂ ਇਹਦਾ ਜਵਾਬ ਖੈਰ ਇਹਨਾਂ ਤੋਂ ਵੀ ਲਵਾਂਗਾ, ਪਰ ਮੈਂ ਤੁਹਾਡੇ ਤੋਂ ਇੱਕ ਗੱਲ ਪੁੱਛਣਾ ਚਾਹੁੰਦੀ ਹਾਂ। ਜਦੋਂ ਸਾਧੂ ਸਿੰਘ ਧਰਮਸੋਤ ਜੀ ਨੇ ਅਹੁਦਾ ਸੰਭਾਲਿਆ ਸੀ, ਪਹਿਲਾ ਸੈਸ਼ਨ 'ਚ ਮੇਰੇ ਭਰਾ ਪਵਨ ਕੁਮਾਰ ਟੀਨੂ ਜੀ ਬੈਠੇ, ਇਹਨਾਂ ਨੂੰ ਪੁੱਛੋ, ਇਹ ਕਹਿੰਦੇ ਸੀ ਵੀ 110 ਕਰੋੜ ਦਾ ਘੁਟਾਲਾ ਜਿਹੜਾ ਹਫ਼ਤੇ ਦੇ ਵਿੱਚ ਬਾਹਰ ਲਿਆਓ, ਜਿਹੜਾ ਆਡਿਟ ਕਰਨ ਤੇ ਮੈਂ ਇੰਟਰਨਲ ਆਡਿਟ ਕਰਾਉਂਗਾ ਤੇ ਲੈ ਕੇ ਆਉਂਗਾ। ਅਸੀਂ ਕਹਿੰਦੇ ਸੀ ਵੀ ਪਿਛਲੀ ਸਰਕਾਰ ਦੇ ਬਕਾਏ ਵੀ ਬਾਕੀ ਹੈ ਤੇ ਇਹ ਸਰਕਾਰ ਦੇ ਵੀ ਬਕਾਏ ਬਾਕੀ ਹੈ। ਕੀ ਤੁਹਾਡਾ ਤੁਸੀਂ ਇਸ ਤਰ੍ਹਾਂ ਕਰੋ, ਪਿਛਲੇ ਵਾਲੇ ਨੂੰ ਪੈਂਡਿੰਗ ਰੱਖ ਲਓ, ਕਰ ਲਿਓ ਜਾਂਚ ਜਿੰਨੀ ਮਰਜ਼ੀ ਕਰ ਲਿਓ, ਠੀਕ ਹੈ, ਉਹਦੇ 'ਚ ਵੀ ਅਸੀਂ ਤੁਹਾਡਾ ਸਾਥ ਦੇਵਾਂਗੇ। ਪਰ 17 ਤਰੀਕ ਮਾਰਚ 17 ਤੋਂ ਬੱਚਿਆਂ ਨੂੰ ਰੋਲਣ ਨਾ ਦਿਓ। ਬੱਚਿਆਂ ਦੀ ਜਿਹੜੀ ਸਕਾਲਰਸ਼ਿਪ ਹੈ ਉਹਨੂੰ ਤੁਸੀਂ ਰੈਗੂਲਰ ਰਿਲੀਜ਼ ਕਰਾਓ। ਪਿਛਲੇ ਜਾਂਚ ਵੀ ਕਰੀ ਚਲੋ, ਘਟਾਲੇ ਦੀ ਜਾਂਚ ਤੇ 3.5 ਸਾਲ ਹੋ ਗਏ। ਇਹ ਹੁਣ ਤਾਂ 64 ਕਰੋੜ ਦੀ ਗੱਲ ਕਰਦੇ ਆ ਨਾ, ਅਜੇ ਹੋਰ ਕਿੰਨਾ ਕੁਝ ਨਿਕਲਣਾ। ਇਹ ਜਿਹੜੀ ਗੱਲ ਢਿੱਲੋਂ ਸਾਹਿਬ ਨੇ ਕੀਤੀ ਆ ਵੀ ਵਿਰੋਧੀ ਪ੍ਰੈਸ਼ਰ ਪਾ ਰਹੇ ਆ, ਵਿਰੋਧੀ ਪ੍ਰੈਸ਼ਰ ਕਿਉਂ ਨਾ ਪਾਉਣ? ਪਿਛਲੀ ਥੋੜੇ ਦਿਨ ਪਹਿਲਾਂ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਕੈਪਟਨ ਸਾਹਿਬ ਆਪ ਹੀ ਕਹਿੰਦੇ ਮੈਨੂੰ ਆਪਣੇ ਮੰਤਰੀ ਤਾਂ ਪੂਰਾ ਵਿਸ਼ਵਾਸ ਹੈ। ਜਾਂ ਤਾਂ ਇਹ ਗੱਲ ਕੀਤੀ ਹੋਵੇ ਅਕਾਲੀ BJP ਸਰਕਾਰ ਨੇ ਜਾਂ ਆਮ ਆਦਮੀ ਪਾਰਟੀ ਸਰਕਾਰ ਨੇ ਵੀ ਤੁਹਾਡਾ ਮੰਤਰੀ ਘੁਟਾਲਾ ਕਰ ਰਿਹਾ, ਤੁਸੀਂ ਜਾਂਚ ਕਰਾਓ। ਘੁਟਾਲਾ ਕੌਣ ਕੱਢ ਕੇ ਲਿਆ? ਉਹਦਾ ਸੈਕਟਰੀ ਘੁਟਾਲਾ ਕੱਢ ਕੇ ਲਿਆ, ਜਾਂਚ ਕੌਣ ਕਰੇਗਾ? ਉਹਦਾ ਅਸਿਸਟੈਂਟ, ਉਹਦਾ ਹੈਲਪਰ, ਚੀਫ ਸੈਕਟਰੀ, ਜਿਹੜੇ ਇੱਕ ਦੂਜੇ ਤੋਂ ਜੌਬ ਵੀ ਇਕੱਠੇ ਕਰਦੇ ਆ ਤੇ ਉਹ ਅੰਡਰ ਕਿਹਦੇ ਆ? ਕੈਪਟਨ ਸਾਹਿਬ ਦੇ। ਵੈਸੇ ਸਾਨੂੰ ਸਮਝਾਇਆ ਜਾਂਦਾ ਵੀ MLA ਦੀ ਪੋਸਟ ਚੀਫ ਸੈਕਟਰੀ ਤੋਂ ਉੱਪਰ ਹੁੰਦੀ ਆ, ਫਿਰ ਇੱਕ ਮੰਤਰੀ ਉਸ ਤੋਂ ਵੀ ਉੱਪਰ ਹੋ ਗਿਆ, ਫਿਰ ਇੱਕ ਐਡੇ ਉੱਪਰ ਅਹੁਦੇ ਵਾਲਾ ਬੰਦਾ ਕਿਵੇਂ ਜਾਂਚ ਕਰ ਸਕਦਾ? ਵੀ ਤੁਸੀਂ ਮੈਨੂੰ ਇਹ ਦੱਸੋ ਵੀ ਇੱਕ ਮਾਸਟਰ ਦੀ ਜਦੋਂ ਮਾਸਟਰ ਜਾਂਚ ਕਰੂਗਾ ਜਾਂ ਕਿਸੇ ਆਪਣੇ ਸੇਮ ਅਹੁਦੇ ਵਾਲਾ ਜਾਂਚ ਕਰੂਗਾ ਤਾਂ ਕਿਤੇ ਨਾ ਕਿਤੇ ਕੰਪਨਸੇਟ ਕਰੂਗਾ। ਕਿ ਹਲੇ ਮਾਸਟਰ ਪ੍ਰਿੰਸੀਪਲ ਦੀ ਜਾਂਚ ਮਾਸਟਰ ਕਰੂਗਾ, ਪ੍ਰਿੰਸੀਪਲ ਤੋਂ ਨਹੀਂ ਅਗਲਾ ਡਰੂਗਾ। ਇਹ ਜਿਹੜੀ ਜਾਂਚ ਆ ਇਹ ਸਿਰਫ ਤੇ ਸਿਰਫ ਅੱਖੀ ਘੱਟਾ ਪਾਉਣ ਵਾਲੀ ਜਾਂਚ ਆ। ਇਸ ਜਾਂਚ ਦੇ ਨਾਲ ਮੈਨੂੰ ਇਹੀ ਦੱਸਦੇ ਢਿੱਲੋਂ ਸਾਹਿਬ ਵੀ ਜਿਹੜਾ 1.5 ਲੱਖ ਤੋਂ ਉੱਪਰ ਬੱਚਾ ਕਲਾਸਾਂ ਛੱਡ ਗਿਆ, ਜਿਨ੍ਹਾਂ ਦੀ ਪੜ੍ਹਾਈ ਰੁਲ ਗਈ, ਜਿਨ੍ਹਾਂ ਨੇ ਖੁਦਕੁਸ਼ੀਆਂ ਕਰ ਲਈਆਂ, ਜਿਨ੍ਹਾਂ ਨੇ ਡਿਗਰੀ ਪੂਰੀ ਕੀਤੀ ਪਰ ਸਰਟੀਫਿਕੇਟ ਨਹੀਂ ਮਿਲੇ, ਉਹ ਅੱਜ ਕਿਤੇ ਝੋਨਾ ਲਾ ਰਿਹਾ ਜਾਂ ਕੁਛ, ਕੀ ਉਹਦਾ ਕੰਪਨਸੇਟ ਕਰ ਦੂਗੀ ਇਹ ਜਾਂਚ? ਤੇ ਜਾਂਚ ਪਹਿਲਾਂ ਹੋਣ ਤੋਂ ਪਹਿਲਾਂ ਹੀ ਤੁਸੀਂ ਕਿਵੇਂ ਕਹਤਾ ਵੀ ਇਸ ਦਾ ਕਲੀਨ ਚੈੱਕ ਦਿੰਨੇ ਜੀ? ਜਵਾਬ ਦਿਓ ਢਿੱਲੋਂ ਸਾਹਿਬ, ਮੈਂ ਆ ਰਿਹਾ ਫਿਰ ਬਾਗਾ ਸਾਹਿਬ ਕੋਲ। ਜਿਹੜੀ ਗੱਲਾਂ ਨਾ ਸਾਰਿਆਂ ਦੀਆਂ ਬਿਲਕੁਲ ਮੈਂ ਫਿਰ ਤੁਹਾਨੂੰ ਉਹ ਗੱਲ ਦੁਹਰਾਨਾ, ਇੱਕ ਫੇਅਰ ਟ੍ਰਾਇਲ ਔਰ ਫੇਅਰ ਪ੍ਰੋਸੀਜਰ ਆ। ਇੱਕ ਪ੍ਰੋਸੀਜਰ ਤੋਂ ਬਾਹਰ ਹੋ ਕੇ ਪਰ ਉਹ ਸਵਾਲ ਖੜੇ ਕਰ ਰਹੇ ਪ੍ਰੋਸੀਜਰ ਸਾਹਮਣੇ ਪ੍ਰੋਸੀਜਰ ਦੇ ਉੱਤੇ ਦੋਵਾਂ ਨੇ ਪ੍ਰੋਸੀਜਰ ਤੇ ਸਵਾਲ ਖੜੇ ਬਿਲਕੁਲ ਸਵਾਲ। ਹੁਣ ਉਹੀ ਗੱਲ ਆ ਜਾਂਦੀ, ਇਹਨਾਂ ਦੀ ਗੱਲਾਂ ਦੇ ਇਹਨਾਂ ਦੇ ਜਵਾਬ ਆ। ਅੱਜ ਅਫਸਰ ਦੇ ਵਿੱਚ ਅਗਰ ਉਹਨਾਂ ਨੇ ਇਹ ਰਿਪੋਰਟ ਦਿੱਤੀ ਆ ਤੇ ਕੈਪਟਨ ਸਾਹਿਬ ਦੀ ਸਰਕਾਰ ਦੇ ਅੰਡਰ ਹੀ ਆ ਨਾ ਵੀ ਅਫਸਰ ਬੇਬਾਕੀ ਨਾਲ, ਅਫਸਰ ਨਿਡਰ ਹੋ ਕੇ ਅਗਰ ਕੋਈ ਗੜਬੜ ਹੋਈ ਆ ਤੇ ਅਫਸਰ ਰਿਪੋਰਟ ਦੇ ਰਿਹਾ। ਇੱਕ এনवायरमेंट ਹੈ, ਇੱਕ ਮਾਹੌਲ ਆ। ਇਹ ਤਾਂ ਹੈ ਨਹੀਂ ਵੀ ਅਫਸਰ ਉਹ ਕੈਪਟਨ ਸਰਕਾਰ ਤੋਂ ਬਾਹਰ ਦਾ ਅਫਸਰ ਆ ਜਾਂ ਇਹਨਾਂ ਦੀ ਸਰਕਾਰ ਦਾ ਅਫਸਰ ਆ ਜਾਂ ਕਿਤੇ ਯੂਨੀਅਨ ਗਵਰਨਮੈਂਟ ਦਾ ਅਫਸਰ। ਆਪਾਂ ਅੰਡਰ ਪ੍ਰੈਸ਼ਰ ਦੀ ਗੱਲ ਕਰਦੇ ਆ। ਸੋ ਅਗਰ ਆਪਾਂ ਨੂੰ ਇੱਕ ਭਰੋਸਾ ਰੱਖਣਾ ਚਾਹੀਦਾ, ਆਪਾਂ ਇੱਕ ਸਾਰੇ ਇੱਕ ਡੈਮੋਕ੍ਰੇਸੀ 'ਚ ਰਹਿ ਰਹੇ ਆ। ਇੱਕ ਅਗਰ ਉਹਨਾਂ ਦੇ ਵੱਲੋਂ ਐਲੀਗੇਸ਼ਨਸ ਲੱਗੀਆਂ, ਮਿਨਿਸਟਰ ਵੱਲੋਂ ਉਹਦਾ ਜੋ ਜਵਾਬ ਆਇਆ ਉਹ ਕਹਿੰਦੇ ਨਿੱਜੀ ਤੌਰ ਦੇ ਉੱਤੇ ਆ, ਇੱਕ ਹਾਇਰ ਅਫੀਸ਼ੀਅਲ ਦੇ ਕੋਲ ਆਪਾਂ ਜਾਂਚ ਗਈ ਆ, ਇਹਦੇ ਵਿੱਚ ਕੋਈ ਗਲਤ ਰਾਏ ਨਹੀਂ। ਅਸੀਂ ਕਰਪਸ਼ਨ ਨੂੰ ਕੋਈ ਡਿਫੈਂਡ ਨਹੀਂ ਕਰ ਰਿਹਾ, ਜਿਹੜੀ ਇਹ ਗੱਲਾਂ ਕਰ ਰਹੇ ਆ ਅਸੀਂ ਆਪ ਫਲੋਰ ਆਫ ਦੀ ਹਾਊਸ ਦੇ ਉੱਤੇ ਪਾਰਟੀ ਵੱਲੋਂ ਕਲੀਅਰ ਕੱਟ ਆ
ਔਰ ਜਿੰਨਾ ਡਿਲੇ ਹੁੰਦਾ ਸਕਾਲਰਸ਼ਿਪ ਫੰਡਸ ਦੇ ਵਿੱਚ, ਜਿੰਨਾ ਡਿਲੇ ਹੋਇਆ ਐਸਸੀ ਫੰਡਸ ਦੇ ਵਿੱਚ, ਇਹ ਇਕੱਲੇ ਪੰਜਾਬ ਦੇ ਵਿੱਚ ਨਹੀਂ ਸਾਰੇ ਹਿੰਦੁਸਤਾਨ ਦੇ ਵਿੱਚ ਡਿਲੇ ਹੋਇਆ ਔਰ ਬੜੇ ਵੱਡੇ ਗੜਬੜਾਂ ਹੋਈਆਂ ਇਹਦੇ ਵਿੱਚ। ਉਹ ਗੜਬੜਾਂ ਸਾਹਮਣੇ ਆ ਰਹੀਆਂ, ਉਹਦੇ ਤਹਿਤ ਹੀ ਇਹ ਸਾਰੀਆਂ ਇਨਕੁਆਇਰੀਆਂ ਹੋ ਰਹੀਆਂ। ਮੇਰੀ ਇੱਕ ਗੱਲ, ਇਹਦੇ ਵਿੱਚ ਸਿਰਫ ਇਹ ਹੋਇਆ, ਇਹਦੇ ਵਿੱਚ ਇਸ ਚੀਜ਼ ਨੂੰ ਇਹਦੇ ਵਿੱਚ ਉਲਝਾ ਕੇ ਨਾ ਰੱਖ ਲਿਆ ਮਿਨਿਸਟਰ ਦੇ ਵਿੱਚ ਔਰ ਇਹਦੇ ਵਿੱਚ। ਇਹ ਬੜਾ ਵੱਡਾ ਇਹਦੇ ਅੰਦਰ ਇੱਕ ਧਾਂਦਲੀ ਹੈਗੀ ਆ, ਇੱਕ ਸਕੈਮ ਹੈਗਾ ਇਹਦੇ ਅੰਦਰ, ਕੋਈ ਦੋ ਰਾਏ ਨਹੀਂ ਆ। ਉਹ ਯੂਨੀਅਨ ਗਵਰਨਮੈਂਟ, ਉਹ ਥੱਲੇ ਅਫੀਸ਼ੀਅਲਸ ਦੇ ਵਿੱਚ ਥੱਲੇ ਇੱਥੋਂ ਤੱਕ, ਮਤਲਬ ਇਹ ਤੁਸੀਂ ਮੰਨਦੇ ਹੋ ਘੁਟਾਲਾ ਹੈ? ਮੈਂ ਬਿਲਕੁਲ ਤੁਹਾਨੂੰ ਇਹ ਕਹਿ ਰਿਹਾ, ਔਨ ਕਾਲਜਸ, ਕਈ ਕਾਲਜਸ ਨੇ ਕੀ ਘੁਟਾਲਾ, ਕੀ ਸਕਾਲਰਸ਼ਿਪ ਦੀ ਰਕਮ ਦੇ ਵਿੱਚ ਘੁਟਾਲਾ ਹੋਇਆ, ਮੰਨ ਰਹੇ ਹੋ ਤੁਸੀਂ? ਕਈ ਕਾਲਜਸ ਦੇ ਵਿੱਚ ਐਵੇਂ ਆ ਜਿਨ੍ਹਾਂ ਨੇ ਪੁਰਾਣੀਆਂ ਸਕਾਲਰਸ਼ਿਪਾਂ ਨਹੀਂ ਦਿੱਤੀਆਂ, ਉਹਨਾਂ ਨੂੰ ਕਈਆਂ ਨੂੰ ਸਕਾਲਰਸ਼ਿਪਾਂ ਅੱਜ ਇਹ ਫੰਡ ਮੁਹੱਈਆ ਕਰਾਇਆ ਗਿਆ। ਘੁਟਾਲਾ ਹੈ ਜਾਂ ਨਹੀਂ? ਬਿਲਕੁਲ ਹੈਗਾ ਵਾ, ਗੜਬੜ ਹੈਗੀ ਆ ਔਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਆ। ਉਹ ਗੜਬੜ ਕਿੰਨਾ ਵੱਲੋਂ ਹੋਈ, ਕਿੱਥੇ ਹੋਈ, ਇਸ ਚੀਜ਼ ਦੀ ਪੂਰੀ ਫੇਅਰ ਇਨਕੁਆਇਰੀ ਹੋਣੀ ਚਾਹੀਦੀ ਆ। 3.5 ਸਾਲਾਂ ਚ ਕਿਉਂ ਨਹੀਂ ਹੋਈ? ਔਰ ਹੋ ਰਹੀ ਆ, ਉਸੇ ਕਰਕੇ ਤਾਂ ਮੈਂ ਤੇ ਸਵਾਲ ਇਹ ਕਰ ਰਿਹਾ, 3.5 ਸਾਲਾਂ ਤੋਂ ਇਹ ਸਵਾਲ ਸੁਣ ਰਿਹਾ, ਆਡਿਟ ਉਸੇ ਤਹਿਤ ਹੀ ਇਹ ਸਾਰਾ ਕੁਝ ਸਾਹਮਣੇ ਆਇਆ। ਇਹ ਕੈਪਟਨ ਸਰਕਾਰ ਹੀ ਆ ਜਿਹੜੇ ਇਹ ਚੀਜ਼ਾਂ ਨੂੰ ਸਾਹਮਣੇ ਲੈ ਕੇ ਆ ਰਹੀ ਆ, ਭਾਵੇਂ ਆਪਣੇ ਆ ਭਾਵੇਂ ਬਗਾਨੇ ਆ, ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ। ਲੇਕਿਨ ਮੈਂ ਨਾਲ ਇੱਕ ਹੋਰ ਗੱਲ ਕਹਿਣਾ, ਫੇਅਰ ਟ੍ਰਾਇਲ ਦੀ ਗੱਲ ਕਰਦੇ ਆ ਨਾ, ਔਰ ਪਾਰਟੀਆਂ ਨੂੰ ਬਿਲਕੁਲ ਗੱਲ ਕਰਨੀ ਚਾਹੀਦੀ, ਆਪੋਜੀਸ਼ਨ ਪਾਰਟੀ ਦਾ ਫਰਜ਼ ਆ। ਲੇਕਿਨ ਕਦੀ ਇਹਨਾਂ ਨੂੰ ਉਹ ਨਹੀਂ, ਗੁਲਜ਼ਾਰ ਸਿੰਘ ਰਾਣੀਕੇ ਦਾ ਕੀ ਕੇਸ ਸੀ? ਅੱਜ ਅਕਾਲੀ ਦਲ ਦੇ ਉਹ ਆਪਣਾ OBC ਸੈੱਲ ਦੇ, ਆਪਣਾ ਸ਼ਾਇਦ SC ਸੈੱਲ ਦੇ ਪ੍ਰਧਾਨ ਆ, ਗੁਲਜ਼ਾਰ ਸਿੰਘ ਰਾਣੀਕੇ ਦੇ ਉੱਤੇ ਸੇਮ ਆਪਣਾ ਐਲੀਗੇਸ਼ਨਸ ਲੱਗੇ ਸੀਗੇ, ਸੇਮ ਚੀਜ਼ਾਂ ਦੇ ਗੱਲਾਂ ਆਈਆਂ ਸੀ। ਉਹ ਇਹਨਾਂ ਦੇ ਚੋਰ ਤਾਂ ਇਹਨਾਂ ਦੇ ਸਾਧੂ ਤੇ ਸਾਡੇ ਵਾਲਾ ਸਾਧੂ ਚੋਰ। ਇਹ ਡਬਲ ਸਟੈਂਡਰਡ ਨਾ ਗੱਲ ਕਰਨ, ਜਾਂ ਤਾਂ ਔਰ ਉਹੀ ਆਪਾਂ ਅਰਵਿੰਦ ਕੇਜਰੀਵਾਲ ਜੀ ਦੀ ਗੱਲ ਕਰ ਲੈਂਦੇ ਆ। ਇਹਨਾਂ ਦੇ ਕਪਿਲ ਮਿਸ਼ਰਾ ਦੇ ਉੱਤੇ ਕੀ ਇਲਜ਼ਾਮ ਲੱਗੇ, ਇਹਨਾਂ ਦੇ ਆਪ ਦੇ ਉੱਤੇ ਕੀ ਇਲਜ਼ਾਮ ਲੱਗੇ। ਸੁਖਬੀਰ ਸਿੰਘ ਬਾਦਲ ਨੂੰ ਇਹ ਗੱਲ ਕਰਦੇ ਆ, ਸੁਖਬੀਰ ਸਿੰਘ ਬਾਦਲ ਤੇ ਇਨਓਪਰੀਏਟ ਐਸੈਟਸ ਦਾ ਕੇਸ ਦਰਜ ਹੋਏ। ਅਗਰ ਕੇਸ ਦਰਜ ਹੋਣਾ ਹੀ ਮਾਪਦੰਡ ਆ, ਔਰ ਫਿਰ ਇਹ ਆਪਣੀ ਪਾਰਟੀਆਂ ਦੇ ਵਿੱਚ ਉਹੀ ਮਾਪਦੰਡ ਅਪਣਾਉਣ। ਅਗਰ ਇਹਨਾਂ ਤੇ ਐਲੀਗੇਸ਼ਨਾਂ ਤੇ ਜਦੋਂ ਐਲੀਗੇਸ਼ਨਾਂ ਲੱਗਦੀਆਂ ਇਹਨਾਂ ਦੇ ਮੰਤਰੀਆਂ ਤੇ, ਉਦੋਂ ਤਾਂ ਇਹ ਕਹਿੰਦੇ ਨਹੀਂ ਹੁਣ ਮੈਂ ਇੱਕ ਮਿੰਟ, ਕੀ ਪੰਜਾਬ ਦੇ ਲੋਕ ਇਹ ਮੰਨ ਲੈਣ ਕਿ ਸਾਰੇ ਉਹ ਇੱਕ ਵਰਡ ਜਿਹੜਾ ਕਿਹਾ ਜਾਂਦਾ ਹਮਾਮ ਚੋਂ ਸਭ ਨੰਗੇ ਨੇ, ਜੇ ਉਹਨਾਂ ਨੇ ਕੁਝ ਨਹੀਂ ਕੀਤਾ ਤੇ ਇਹਦਾ ਮਤਲਬ ਤੁਸੀਂ ਵੀ ਨਹੀਂ ਕਰੋਗੇ? ਫਰਕ ਹੈਗਾ। ਤੁਸੀਂ ਐਗਜ਼ਾਮਪਲ ਸੈੱਟ ਕਰ ਰਹੇ ਹੋ। ਮੈਂ ਤੁਹਾਨੂੰ ਤੁਸੀਂ ਇਹ ਕਹਿ ਰਹੇ ਹੋ ਰਾਣਾ ਗੁਰਜੀਤ ਜੀ ਦੇ ਅੱਜ ਤੱਕ ਕੋਈ ਇਲਜ਼ਾਮ ਪ੍ਰੂਵ ਨਹੀਂ ਹੋਏ। ਰਾਣਾ ਗੁਰਜੀਤ ਤੇ ਅੱਜ ਤੱਕ ਇਨਕੁਆਇਰੀ ਉਹਨਾਂ ਨੇ ਅਸਤੀਫਾ ਦਿੱਤਾ ਔਰ ਉਹਨਾਂ ਦੀ ਗੱਲ ਸਾਹਮਣੇ ਆਈ ਆ। ਸਵਾਲ ਉਹੀ ਹੈ ਨਾ, ਇੱਥੇ ਵੀ ਉਹ ਸਵਾਲ ਉੱਠ ਰਿਹਾ ਕਿ ਇੱਥੇ ਵੀ ਅਸਤੀਫਾ ਹੋਣਾ ਚਾਹੀਦਾ। ਮੈਂ ਬਿਲਕੁਲ ਕਹਿ ਰਿਹਾ, ਆਊਗਾ ਟਾਈਮ ਆਊ, ਅਗਰ ਗਲਤੀ ਹੋਊਗੀ ਤਾਂ ਟਾਈਮ ਆਉਣ ਤੇ ਅਸਤੀਫਾ ਹੋਊਗਾ। ਅੱਜ ਇਹਨਾਂ ਦੇ ਕਹਿਣ ਤੇ ਪਹਿਲਾਂ ਅੱਜ ਥੋੜਾ ਅਸਤੀਫਾ ਲੈ ਲਾਂਗੇ ਇਹਨਾਂ ਦੇ ਕਹਿਣ ਦੇ ਉੱਤੇ। ਇੱਕ ਫੇਅਰ ਟ੍ਰਾਇਲ ਦੇਣਾ ਤਾਂ ਸਾਡਾ ਫਰਜ਼ ਬਣਦਾ। ਸਾਡੇ ਮਾਣਯੋਗ ਮੰਤਰੀ ਆ, ਕੱਲ ਨੂੰ ਅਗਰ ਨਹੀਂ ਆਣਗੇ, ਕੱਲ ਨੂੰ ਉਹਨਾਂ ਦਾ ਸਾਰਾ ਕਰੀਅਰ ਦੀ ਗੱਲ ਆ, ਅਸੀਂ ਇੱਕ ਟਾਈਮ ਤਾਂ ਉਹਨਾਂ ਨੂੰ ਦੇਣਾ ਚਾਹੀਦਾ। ਅੱਜ ਥੋੜਾ ਵੀ ਅੱਜ ਐਲੀਗੇਸ਼ਨ ਲੱਗੇ, ਕੱਲ ਨੂੰ ਕੀ ਉਹਦਾ ਪ੍ਰਾਇਮਰੀ ਫੇਸੀ ਗੱਲ ਆ, ਤੁਸੀਂ ਕਿਵੇਂ ਫੇਅਰ ਟ੍ਰਾਇਲ ਨਹੀਂ ਦੇ ਸਕਦੇ? ਐਜ਼ ਪਰ ਲਾਅ, ਐਜ਼ ਪਰ ਰੂਲ, ਐਜ਼ ਪਰ ਕਨਸਟੀਟਿਊਸ਼ਨ, ਐਜ਼ ਪਰ ਹਰ ਕੋਈ ਵੀ ਰੂਲ ਆਫ ਲਾਅ ਕਹਿ ਲੋ, ਇਹ ਜੰਗਲ ਰਾਜ ਤਾਂ ਹੈ ਨਹੀਂ। ਥੋੜਾ ਜਿਹਾ ਸਮਾਂ ਹੋਰ ਤੁਹਾਡਾ ਲਵਾਂਗਾ, ਮੈਂ ਬਾਗਾ ਸਾਹਿਬ ਚੁੱਕੀ ਵੇਟ ਕਰ ਰਹੇ ਨੇ, ਮੈਂ ਉਹਨਾਂ ਕੋਲ ਵੀ ਜਾਊਂਗਾ ਔਰ ਸਾਰੇ ਕਹਿਣਾ ਚਾਹ ਰਹੇ ਨੇ। ਤੁਸੀਂ ਕਿਵੇਂ ਮਤਲਬ ਫੇਅਰ ਟ੍ਰਾਇਲ ਦੀ ਗੱਲ ਕਹਿ ਰਹੇ ਹੋ? ਤੁਹਾਨੂੰ ਪਤਾ ਹੈ ਬਿਊਰੋਕ੍ਰੇਸੀ ਦੇ ਹਾਲਾਤ ਕੀ ਨੇ, ਔਰ ਮੈਨੂੰ ਤੁਹਾਨੂੰ ਸਵਾਲ ਕਰਨ ਨੂੰ ਥੋੜਾ ਹੋਰ ਵੱਡਾ ਲੱਗ ਰਿਹਾ ਹੈ। ਤੁਸੀਂ ਤੇ ਆਪ ਧਰਨੇ ਦੇ ਬੈਠੇ ਪਿਛਲੇ ਦਿਨ ਇਸ ਮਸਲੇ ਨੂੰ ਲੈ ਕੇ ਕਿ ਮੁੱਖ ਮੰਤਰੀ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ, ਥੱਲੇ ਅਫਸਰ ਨਹੀਂ ਹੋਣ ਦੇ ਰਹੇ। ਨਹੀਂ, ਇਹ ਗਲਤ ਗੱਲ ਆ। ਪਹਿਲੀ ਗੱਲ ਤਾਂ ਦੇਖੋ, ਤੁਸੀਂ ਇੱਕ ਰਿਸਪੌਂਸਿਬਲ ਨਿਊਜ਼ ਚੈਨਲ ਹੋ, ਤੁਸੀਂ ਧਰਨਾ ਤੁਸੀਂ ਦਿੱਤਾ ਸੀ? ਨਹੀਂ, ਮੈਂ ਉਹੀ ਕਹਿ ਰਿਹਾ, ਤੁਹਾਡੇ ਕੋਲ ਕੋਈ ਫੋਟੋ, ਤੁਹਾਡੇ ਕੋਲ ਕੋਈ ਵੀਡੀਓ, ਧਰਨਾ ਇੱਕ ਤੁਸੀਂ ਵੀ ਫੇਸਬੁੱਕ ਔਰ WhatsApp ਤੇ ਜ਼ਿਆਦਾ ਵਿਸ਼ਵਾਸ ਕਰਨ ਲੱਗ ਪਏ ਅਕਾਲੀ ਦਲ ਦਾ। ਧਰਨਾ ਤੁਰਨੇ ਵਾਲੀ ਗਰਮਾ ਜ਼ਰੂਰ ਹੋਈ, ਤਲਖੀ ਹੋਈ, ਲੇਕਿਨ ਧਰਨੇ ਲਫ਼ਜ਼ ਨੂੰ ਲੈ ਕੇ ਆਪਾਂ ਉਹੀ ਗੱਲ ਆ ਗਈ। ਦੇਖੋ ਹੁਣ ਉਹੀ ਮੀਡੀਆ ਟ੍ਰਾਇਲ ਆ ਗਿਆ, ਤੁਸੀਂ ਉਹਨੂੰ ਧਰਨਾ ਕਹਿਤਾ, ਤਲਖੀ ਕਿਉਂ ਹੋਈ? ਮੈਂ ਉਹ ਤਲਖੀ ਹੋਈ, ਬਿਲਕੁਲ ਹੋਈ। ਕੋਈ ਕਾਰਨ ਸੀਗੇ, ਕਾਰਨ ਦੱਸੋ ਨਾ ਫਿਰ। ਕਾਰਨ ਤਲਖੀਆਂ ਰੋਜ਼ ਹੁੰਦੀਆਂ ਰਹਿੰਦੀਆਂ। ਤਲਖੀਆਂ ਜਦੋਂ ਕਿਤੇ ਪੋਲੀਟੀਕਲ ਬੰਦਿਆਂ ਦੀਆਂ ਅਫਸਰਾਂ ਨਾਲ ਕਿਤੇ ਨਾ ਕਿਤੇ ਰਾਮ ਰੋਲੇ ਰਹਿਣਗੇ। ਜਦੋਂ ਤੁਸੀਂ ਲੋਕਾਂ ਦੇ ਹਿੱਤ ਦੇ ਵਿੱਚ ਗੱਲ ਕਰਨੀ ਆ, ਕਿਤੇ ਨਾ ਕਿਤੇ ਕੋਈ ਪ੍ਰੋਬਲਮਾਂ ਆਣਗੀਆਂ। ਤੁਸੀਂ ਇਹ ਕਹਿ ਦੋ ਵੀ ਹਾਂ ਸਾਰਾ ਕੁਝ ਸਮੂਥ ਚੱਲਦਾ, ਇਹ ਬਿਲਕੁਲ ਝੂਠ ਹੈ। ਪਰ ਹੁਣੇ ਤੁਸੀਂ ਕਹਿ ਰਹੇ ਹੋ ਸਾਰਾ ਕੁਝ ਸਮੂਥ ਚੱਲੇਗਾ, ਫੇਅਰ ਟ੍ਰਾਇਲ ਹੋਏਗਾ। ਤੁਸੀਂ ਜਿਹੜਾ ਮੀਡੀਆ ਟ੍ਰਾਇਲ ਚਲਾ ਰਹੇ ਹੋ, ਮੀਡੀਆ ਟ੍ਰਾਇਲ ਨਹੀਂ ਹੋ ਸਕਦਾ। ਮੈਂ ਤਾਂ ਤੁਹਾਨੂੰ ਸਿਰਫ ਇੱਕ ਸਵਾਲ ਕੀਤਾ, ਇੱਕ ਪਾਸੇ ਤੁਸੀਂ ਸਾਰੀਆਂ ਚੀਜ਼ਾਂ ਫੇਅਰ ਨੂੰ ਲੈ ਕੇ ਤਲਖੀ ਦੀ ਗੱਲ ਕਹਿ ਰਹੇ ਹੋ ਜੀ, ਹੋਈ ਤੁਹਾਡੇ ਆਪ ਦੇ ਨਾਲ ਹੋਈ, ਅਫਸਰ ਦੇ ਨਾਲ ਹੋਈ, ਦੂਜੇ ਪਾਸੇ ਤੁਸੀਂ ਐਕਸਪੈਕਟ ਕਰ ਰਹੇ ਹੋ ਕਿ ਇਸ ਪੂਰੇ ਮਾਮਲੇ ਦਾ ਫੇਅਰ ਟ੍ਰਾਇਲ ਹੋਏਗਾ। ਮੈਂ ਤੁਹਾਨੂੰ ਇਹ ਕਹਿ ਰਿਹਾ, ਦੇਖੋ ਇਹ ਗੱਲ ਤੁਸੀਂ ਫਿਰ ਉਹੀ ਗੱਲ ਦੇ ਵਿੱਚ ਤੁਸੀਂ ਦੋ ਬੈਨੀਫਿਟ ਆਫ ਡਾਊਟ ਕਿਹਨੂੰ ਦੇਣਾ ਪੈਣਾ? ਤੁਹਾਨੂੰ ਇੱਕ ਜਜਮੈਂਟ ਦੇ ਉੱਤੇ ਤਾਂ ਬੇਸ ਕਰਨਾ ਪਊਗਾ, ਕੋਈ ਫੈਕਟਸ ਦੇ ਉੱਤੇ। ਨਵਨੀਤ ਜੀ ਮੇਰੀ ਗੱਲ ਸੁਣ, ਜਿਹੜਾ ਅਫਸਰ ਨੇ ਇਨਕੁਆਇਰੀ ਕੀਤੀ, ਕਿ ਉਹਨੇ ਆਪਣੇ ਮਿਨਿਸਟਰ ਦੇ ਅਗੇਂਸਟ ਲਿਖ ਕੇ ਦਿੱਤੀ ਇਨਕੁਆਇਰੀ, ਕੋਈ ਦੋ ਰਾਏ ਨਹੀਂ। ਉਹ ਕੀ ਕਾਂਗਰਸ ਪਾਰਟੀ ਦੇ ਅਫਸਰਾਂ ਦੇ ਵਿੱਚ ਸਰਕਾਰ ਦਾ ਅਫਸਰ ਨਹੀਂ ਹੈਗਾ? ਉਹਨਾਂ ਨੂੰ 1.5 ਸਾਲ ਤੋਂ ਇੱਕ ਫ੍ਰੀ ਐਂਡ ਫੇਅਰ ਟ੍ਰਾਇਲ ਦੀ ਗੱਲ ਨਹੀਂ ਕੀਤੀ। ਮੈਂ ਸਿਰਫ ਇੱਕ ਗੱਲ ਕਰ ਰਿਹਾ, ਮੈਂ ਕਿਸੇ ਚੀਜ਼ ਨੂੰ, ਮੈਂ ਕਰਪਸ਼ਨ ਨੂੰ ਡਿਫੈਂਡ ਨਹੀਂ ਕਰ ਰਿਹਾ। ਕਲੀਅਰ, ਅਗਰ ਗਲਤੀ ਕੀਤੀ ਆ ਉਹਨਾਂ ਨੂੰ ਬਿਲਕੁਲ ਸਜ਼ਾ ਮਿਲਣੀ ਚਾਹੀਦੀ, ਲੇਕਿਨ ਫੇਅਰ ਟ੍ਰਾਇਲ ਦੇਣਾ। ਹੁਣ ਤੁਸੀਂ ਕਹੋ ਵੀ ਅੱਜ ਹੀ ਕਹਿ ਦੋ ਵੀ ਅੱਜ ਹੀ ਇਹ ਸਾਰਾ ਕੁਝ ਕਰ ਦੋ, ਅੱਜ ਹੀ ਫਾਂਸੀ ਟੱਕ ਦੋ। ਮੈਂ ਫਿਰ ਕਹਿੰਦਾ, ਜਦੋਂ ਮਰਡਰ ਕੈਮਰੇ ਦੇ ਉੱਤੇ ਵੀ ਹੁੰਦਾ, ਉਹਦਾ ਵੀ ਇੱਕ ਟ੍ਰਾਇਲ ਸਿਸਟਮ ਤਾਂ ਹੈ। ਉਸ ਸਿਸਟਮ ਤੋਂ ਬਾਹਰ ਜਾ ਕੇ ਤਾਂ ਨਹੀਂ ਅਸੀਂ ਕੁਝ ਕਰ ਸਕਦੇ। ਇੱਕ ਚੀਜ਼ ਹੋਰ, ਮੈਂ ਇਸ ਕਰਕੇ ਤੁਹਾਡੇ ਕੋਲ ਜ਼ਿਆਦਾ ਰਹਿਣਾ ਚਾਹ ਰਿਹਾ। ਮੈਂ ਬਾਕੀ
ਤੁਸੀਂ ਤੇ ਲਗਾਤਾਰ ਮੈਨੂੰ ਜਵਾਬ ਨੌਜਵਾਨ ਦੇਣ ਇੱਕ ਦਿਓ ਮਿੰਟ ਜੀ, ਪਵਨ ਜੀ, ਇੱਕ ਤੁਸੀਂ ਮਿੰਟ। ਲਗਾਤਾਰ ਨੌਜਵਾਨਾਂ ਦੇ ਵਿੱਚ ਵਿਚਰਦੇ ਹੋ, ਤੁਹਾਡੇ ਕੋਲ ਉਹ ਜ਼ਿੰਮੇਵਾਰੀ ਹੈ ਔਰ ਕਾਲਜਾਂ ਵਿਦਿਆਰਥੀਆਂ ਔਰ ਦੇ ਵਿੱਚ ਤੁਹਾਡਾ ਜ਼ਿਆਦਾ ਰਾਬਤਾ ਹੈ। ਮੈਨੂੰ ਇੱਕ ਗੱਲ ਦੱਸੋ, ਕਿੰਨੇ ਤੰਗ ਨੇ ਇਸ ਸਕਾਲਰਸ਼ਿਪ ਨੂੰ ਲੈ ਕੇ ਵਿਦਿਆਰਥੀ? ਗਰਾਊਂਡ ਰਿਐਲਿਟੀ ਕੀ ਹੈ? ਗਰਾਊਂਡ ਰਿਐਲਿਟੀ ਪਤਾ ਕੀ, ਅਗਰ ਮੈਂ ਇਸ ਚੀਜ਼ ਦੇ ਵਿੱਚ ਅਗਰ ਪੋਲਿਟਿਕਸ ਤੋਂ ਉੱਪਰ ਉੱਠ ਕੇ ਹਾਂ। ਗੱਲ ਕਰਾਂ ਤੇ ਇਹਨੂੰ ਮੈਨੂੰ ਚੀਜ਼ ਨੂੰ ਪਲੀਜ਼ ਇਹਨੂੰ ਕੋਰਟ ਜਾਂ ਉਹਨੂੰ ਗਲਤ ਪਾਸੇ ਨੂੰ ਨਾ ਲੈ ਕੇ ਜਾਓ। ਐਕਚੁਅਲੀ ਐਸਸੀ ਬੱਚਿਆਂ ਦੇ ਨਾਲ ਵਿਤਕਰਾ ਬੜੀ ਦੇਰ ਤੋਂ ਹੋ ਰਿਹਾ। ਅਕਾਲੀ ਦਲ ਦੇ ਟਾਈਮ ਦੇ ਉੱਤੇ ਜਿਵੇਂ ਹੋਇਆ ਗਿਆ ਜਾਂ ਜੋ ਕੁਝ ਹੋਇਆ, ਕਦੀ ਕਿਸੇ ਦਾ ਧਿਆਨ ਨਹੀਂ। ਜੋ ਬੱਚਿਆਂ ਨੂੰ ਬੈਨੀਫਿਟ ਮਿਲਣਾ ਚਾਹੀਦਾ ਉਹ ਕਿਤੇ ਨਾ ਕਿਤੇ ਕਾਗਜ਼ਾਂ ਵਿੱਚ, ਪੱਤਰਾਂ ਦੇ ਵਿੱਚ ਉੱਥੇ ਖੁਰਦ ਰਹਿ ਕੇ ਰਹਿ ਜਾਂਦਾ। ਇਹ ਪਹਿਲੀ ਵਾਰੀ ਸੀਗੀ ਜਦੋਂ ਕਾਂਗਰਸ ਜਦ ਦਾ ਇਹ ਰਾਮ ਰੌਲਾ ਪਿਆ, ਇਹ ਆਡਿਟ ਕਰਕੇ ਇਹ ਚੀਜ਼ਾਂ ਸਾਹਮਣੇ ਆ ਰਹੀਆਂ ਸੀਗੀਆਂ। ਇਹਦੇ ਵਿੱਚ ਸਾਨੂੰ ਇਹ ਲੱਗਦਾ, ਮੇਰੀ ਇੱਕ ਪਰਸਨਲ ਰਾਏ ਆ, ਇਹਦੇ ਵਿੱਚ ਅਫਸਰ ਵੀ ਕਿਤੇ ਨਾ ਕਿਤੇ ਇਨਵੋਲਵ ਹੈਗੇ ਆ। ਬਿਨਾਂ ਅਫਸਰਾਂ ਦੀ ਮਰਜ਼ੀ ਤੋਂ ਇਹ ਚੀਜ਼ਾਂ ਨਹੀਂ ਹੋ ਰਹੀਆਂ ਸੀਗੀਆਂ। ਸ਼ਾਇਦ ਉਹਨੂੰ ਉਜਾਗਰ ਕਰਨ ਦੇ ਵਿੱਚ ਕਈ ਚੀਜ਼ਾਂ ਸਾਹਮਣੇ ਆਣਗੀਆਂ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਆ। ਗੜਬੜ ਹੋਈ ਆ ਅਕਾਲੀ ਦਲ ਦੇ ਟਾਈਮ ਤੇ ਬਹੁਤ ਵੱਡੇ ਮੱਦਰ ਤੇ ਹੋਈ ਆ। ਉਹ ਚੀਜ਼ਾਂ ਨੂੰ ਕੰਟੀਨਿਊ, ਹੁਣ ਜਿਵੇਂ ਬਿਊਰੋਕ੍ਰੇਸੀ ਇਨਵੋਲਵ ਹੈ। ਮੈਂ ਫੂਡ ਸਕੈਮ ਆ, ਬਿਊਰੋਕ੍ਰੇਸੀ ਇਨਵੋਲਵ ਹੈ ਬਿਲਕੁਲ ਇਹਦੇ ਵਿੱਚ। ਔਰ ਜਾਂਚ ਕਿਹਦੇ ਕੋਲ ਹੈ? ਇਹਦੇ ਵਿੱਚ ਮੰਤਰੀ ਜੀ ਦੀ ਜਾਂਚ ਕਿਹਦੇ ਕੋਲ ਹੈ? ਅਫਸਰਾਂ ਨੇ ਅਫਸਰਾਂ ਦੀ ਜਾਂਚ ਕਰਨੀ। ਜਿਹੜੇ ਕੋਈ ਬਾਕੀ ਅਫਸਰ ਆ ਉਹ ਕੋਈ ਬਾਹਰ ਤਾਂ ਨਹੀਂ ਹੁੰਦੇ। ਆਪਾਂ ਬਾਰ-ਬਾਰ ਇੱਕ ਗੱਲ ਕਰ ਰਹੇ ਆ, ਤੁਸੀਂ ਇੱਕ ਗੱਲ ਕਰ ਰਹੇ ਹੋ ਕਿ ਟ੍ਰਾਇਲ ਆ। ਹੁਣ ਜੱਜ ਆ, ਕਨਫਿਊਜ਼ ਹੋ ਗਏ ਢਿੱਲੋਂ ਸਾਹਿਬ। ਨਹੀਂ ਕਨਫਿਊਜ਼ ਕੋਈ ਨਹੀਂ ਹੈਗਾ ਇਹਦੇ ਵਿੱਚ, ਬਿਲਕੁਲ ਕਲੀਅਰ ਕੱਟ ਆ। ਮੈਂ ਤੁਹਾਨੂੰ ਕਹਿ ਰਿਹਾ ਕਲੀਅਰ ਆ ਗੱਲ। ਇਹਦੇ ਵਿੱਚ ਤੁਹਾਡੇ ਪਲੋਤੜੇ ਫੋਲੇ ਜਾਣਗੇ। ਜੋ ਅਕਾਲੀ ਦਲ ਦੇ ਟਾਈਮ ਦੇ ਵਿੱਚ ਜਿਹੜੀਆਂ ਗੜਬੜਾਂ ਹੋਈਆਂ ਉਹ ਵੀ ਸਾਹਮਣੇ ਆਣਗੀਆਂ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਆ। ਔਰ ਜੋ ਸਕੈਮ ਦੀ ਤੁਸੀਂ 20 ਪੇਜਾਂ ਦੀ ਰਿਪੋਰਟ ਆ, 20 ਪੇਜਾਂ ਦੀ ਰਿਪੋਰਟ ਪੜੋ। 20 ਪੇਜਾਂ ਦੀ ਰਿਪੋਰਟ ਦੇ ਵਿੱਚ ਕੀ ਕੁਝ ਲਿਖਿਆ ਹੋਇਆ, ਉਹਦੇ ਵਿੱਚ ਜਿਹੜੇ ਫੈਕਟਸ ਐਂਡ ਫਿਗਰਸ ਦਿੱਤੇ ਆ ਉਹ ਅਕਾਲੀ ਦਲ ਵੱਲ ਨੂੰ ਕਿਤੇ ਨਾ ਕਿਤੇ ਇਸ਼ਾਰੇ ਕਰਦੇ ਆ। ਜਿਹੜੀਆਂ ਚੀਜ਼ਾਂ ਜਦੋਂ ਪਰਤ ਖੁੱਲਦੀਆਂ ਜਾ ਰਹੀਆਂ ਵਾ, ਉਹਦੇ ਵਿੱਚ ਬੜਾ ਵੱਡੀਆਂ ਇੱਕ ਚੀਜ਼ਾਂ ਬੜਾ ਸਾਹਮਣੇ ਸਿੰਪਲ ਜਿਹਾ ਆਣਗੀਆਂ। ਸਵਾਲ ਹੈ, ਮੈਂ ਫਿਰ ਅੱਗੇ ਚੱਲੂੰਗਾ। ਇੱਕ ਬਹੁਤ ਸਿੰਪਲ ਔਰ ਬਹੁਤ ਘੱਟ ਸ਼ਬਦਾਂ 'ਚ ਹੀ ਜਵਾਬ ਲਵਾਂਗਾ ਕਿਉਂਕਿ ਫਿਰ ਬਾਕੀਆਂ ਕੋਲ ਵੀ ਜਾਣਾ। ਪਿਛਲੇ 3.5 ਸਾਲ ਤੋਂ ਇਹ ਸੁਣ ਰਹੇ ਹਾਂ ਕਿ ਫਲਾਨੀ ਚੀਜ਼ ਦੇ ਵਿੱਚ ਅਕਾਲੀ ਦਲ ਦੇ ਲੀਡਰਾਂ ਦੇ ਨਾਂ ਆ ਰਹੇ ਨੇ ਔਰ ਜਲਦ ਪੋਤੜੇ ਖੁੱਲਣਗੇ, ਜਲਦ ਸਾਰਾ ਕੁਝ ਖੁੱਲੇਗਾ। 3.5-4 ਸਾਲ ਹੋਣ ਵਾਲੇ ਨੇ। ਢਿੱਲੋਂ ਸਾਹਿਬ ਕਦੋਂ ਖੁੱਲੇਗਾ? ਕਦੋਂ ਕਾਰਵਾਈ ਹੋਏਗੀ? ਕਦੋਂ ਤੁਸੀਂ ਕਹੋਗੇ ਕਿ ਦੋਸ਼ੀ ਸੀਗੇ ਪਿਛਲੀ ਸਰਕਾਰ ਵਾਲੇ, ਕਰ ਦੋ ਅੰਦਰ? ਹਰ ਕੇਸ ਦੇ ਵਿੱਚ ਮੈਂ ਫਿਰ ਫੇਅਰ ਟ੍ਰਾਇਲ, ਅਸੀਂ ਬਗਾਨਿਆਂ ਤੇ ਫੇਅਰ ਟ੍ਰਾਇਲ ਦੇ ਰਹੇ ਆ। ਅਸੀਂ ਇਹਨਾਂ ਨੂੰ ਵੀ ਇਹੀ ਕਹਿ ਰਹੇ ਆ, ਤੁਸੀਂ ਜੰਗਲ ਰਾਜ ਨਹੀਂ। ਅੱਜ ਐਲੀਗੇਸ਼ਨਾਂ ਤੇ ਅੰਦਰ ਦੇਣਾ ਹੁੰਦਾ ਤਾਂ ਬਿਕਰਮ ਮਜੀਠੀਆ ਹੋਣੀ ਕਾਦੇ ਅੰਦਰ ਦਿੱਤੇ ਹੁੰਦੇ। ਅੱਜ ਦੇ ਐਲੀਗੇਸ਼ਨਾਂ ਤੇ ਅੰਦਰ ਦੇਣਾ ਹੁੰਦਾ ਤਾਂ ਸੁਖਬੀਰ ਬਾਦਲ ਔਰ ਆਪਣਾ ਕੀ ਕਹਿੰਦੇ ਸਾਰੇ ਹੋਮ ਮਿਨਿਸਟਰ ਜਿੰਨੇ ਬੰਦੇ ਸੀ ਕਿੰਨੇ ਦੇਰ ਤੱਕ ਅੰਦਰ ਦਿੱਤੇ ਹੁੰਦੇ। ਫੇਅਰ ਟ੍ਰਾਇਲ ਦੀ ਗੱਲ ਕਰ ਰਹੇ ਆ ਔਰ ਇਨ ਟੋਟੈਲਿਟੀ ਫੇਅਰ ਟ੍ਰਾਇਲ ਹੋਣਾ ਚਾਹੀਦਾ ਵਾ। ਅਗਰ ਆਪਾਂ ਜੰਗਲ ਰਾਜ ਚਲਾਣਾ ਔਰ ਅਗਰ ਆਪਾਂ ਐਲੀਗੇਸ਼ਨਾਂ ਦੇ ਉੱਤੇ ਗੱਲਾਂ ਕਰਨੀਆਂ, ਉਹ ਕੋਈ ਪਵਨ ਜੀ ਇੱਕ ਮਿੰਟ ਦਿਓ। ਬਾਗਾ ਸਾਹਿਬ ਤੁਸੀਂ ਤੇ ਪਿਛਲੀ ਸਰਕਾਰ ਵੇਲੇ ਵੀ ਔਰ ਉਸ ਤੋਂ ਬਾਅਦ ਵੀ ਥੋੜਾ ਸਮਾਂ ਚੀਜ਼ਾਂ 'ਚ ਰਹੇ ਹੋਏ, ਸਾਰੀਆਂ ਚੀਜ਼ਾਂ ਤੁਸੀਂ ਵੇਖੀਆਂ ਨੇ। ਗਰਾਊਂਡ ਰਿਐਲਿਟੀ ਢਿੱਲੋਂ ਸਾਹਿਬ ਨੇ ਦੱਸਤੀ ਕਿ ਹਾਲਾਤ ਕਿੰਨੇ ਖਰਾਬ ਨੇ, ਵਿਦਿਆਰਥੀ ਕਿੰਨੇ ਪਰੇਸ਼ਾਨ ਨੇ। ਪਰ ਜੋ ਟ੍ਰਾਇਲ ਦੀ ਗੱਲ ਇੱਥੇ ਬਾਰ-ਬਾਰ ਆ ਰਹੀ ਹੈ, ਤੁਹਾਨੂੰ ਲੱਗਦਾ ਕਿ ਉਹ ਬਿਲਕੁਲ ਠੀਕ ਪ੍ਰੋਸੈਸ ਜਾਂ ਠੀਕ ਵੇ ਦੇ ਵਿੱਚ ਜਾ ਰਿਹਾ? ਨਵਦੀਪ, ਇਹਦੇ ਵਿੱਚ ਪਹਿਲਾਂ ਤੇ ਢਿੱਲੋਂ ਸਾਹਿਬ ਨੂੰ ਜਾਣਕਾਰੀ ਮੈਨੂੰ ਲੱਗਦਾ ਥੋੜੀ ਤਿਆਰੀ ਕਰਕੇ, ਸਟੇਟ ਦੇ ਲੀਡਰ ਆ, ਆਪਾਂ ਨੈਸ਼ਨਲ ਚੈਨਲ ਤੇ ਬੋਲਦੇ ਆ, ਇਦਾਂ ਨਹੀਂ ਬੋਲਣਾ। ਕਈ ਗੱਲਾਂ ਸਾਨੂੰ ਸਮਝਣੀਆਂ ਪਊਗੀਆਂ। ਇਹ ਬੱਚਿਆਂ ਦਾ ਭਵਿੱਖ ਹੈ। ਇੱਕ ਤੇ ਬੱਚਿਆਂ ਨੂੰ ਡਿਗਰੀਆਂ ਨਹੀਂ ਮਿਲ ਰਹੀਆਂ, ਬਹੁਤ ਪਰੇਸ਼ਾਨ ਆ। ਮੈਨੂੰ ਕਈ ਬੱਚੇ ਅੱਜ ਵੀ ਫੋਨ ਕਰਦੇ ਆ ਵੀ ਸਾਨੂੰ ਬਹੁਤ ਦੁਖੀ ਆ, ਉਹ ਨੌਕਰੀ ਲੈਣਾ ਚਾਹੁੰਦੇ। ਮੰਨ ਲਓ ਨਰਸਿੰਗ ਬੇਟੀ ਨੇ ਕੀਤੀ ਆ, 3 ਸਾਲ ਹੋ ਗਏ, 3 ਸਾਲ ਇਹਨੂੰ ਡਿਗਰੀ ਨਹੀਂ ਮਿਲੀ। ਉਹ ਕਿਹੜੇ ਹਸਪੀਟਲ ਜਾ ਕੇ ਨੌਕਰੀ ਕਰੇ? ਕਿੱਥੋਂ ਕਰੂਗੀ? ਕਿਸੇ ਨੇ ਹੋਰ ਡਿਗਰੀ ਕੀਤੀ ਆ। ਹਰ ਇੱਕ ਬੱਚਾ ਇਸ ਵੇਲੇ ਬਹੁਤ ਪਰੇਸ਼ਾਨ ਆ। ਆਪਾਂ ਨੂੰ ਉਹ ਬੱਚਿਆਂ ਦੀ ਖਾਤਰ ਤੁਰੰਤ ਹੀ ਹੋਣਾ ਚਾਹੀਦਾ FIR ਦਰਜ, ਕਿਉਂਕਿ ਇੱਕ ਰਿਪੋਰਟ ਆਈ ਆ ਪੈਸੇ ਦਾ। ਗਵਰਨਰ ਇਹ ਮੰਨਦੇ ਆ, ਆਪ ਇਹਨਾਂ ਨੇ ਕਿਹਾ ਕਿ ਪੈਸੇ ਦਾ ਘੁਟਾਲਾ ਹੋਇਆ। ਜੇ ਘੁਟਾਲਾ ਹੋਇਆ ਤੇ FIR ਤੇ ਦਰਜ ਕਰਨੀ ਬਣਦੀ ਹੈ ਨਾ। ਦੂਸਰੀ ਗੱਲ, ਰਾਣੀਕੇ ਸਾਹਿਬ ਉਦੋਂ ਮੈਂ ਕਮਿਸ਼ਨ ਦਾ ਚੇਅਰਮੈਨ ਬਣਿਆ ਸੀ, ਉਹਨਾਂ ਦਾ ਐਲੀਗੇਸ਼ਨ ਲੱਗਾ ਸੀ ਤੇ ਅਖਬਾਰਾਂ 'ਚ ਆਇਆ ਤੇ ਉਹ ਹਰਮੰਦਰ ਸਾਹਿਬ ਜਾ ਕੇ ਮੱਥਾ ਟੇਕ ਕੇ ਸਿੱਧੇ ਚੰਡੀਗੜ੍ਹ ਆ ਕੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਵੀ ਜਿੰਨੀ ਦੇਰ ਇਨਕੁਆਇਰੀ ਚੱਲੂਗੀ ਮੈਂ ਮੰਤਰੀ ਨਹੀਂ ਰਹਿਣਾ ਚਾਹੁੰਦਾ। ਉਸ ਤੋਂ ਬਾਅਦ ਉਹ ਪਾਕ ਸਾਹਿਬ ਹੋ ਕੇ ਬਾਅਦ ਵਿੱਚ ਮੰਤਰੀ ਰਹੇ ਕਾਫੀ ਦੇਰ। ਤੇ ਇਸੇ ਤਰ੍ਹਾਂ ਤੋਤਾ ਸਿੰਘ ਜੀ ਦਾ ਵੀ ਰਿਕਾਰਡ ਆ। ਤੁਸੀਂ ਆਪਣੇ ਪੰਜਾਬ 'ਚ ਜਿਹੜੇ ਹੁਣ ਰਾਣਾ ਜੀ, ਉਹਨਾਂ ਦਾ ਇਤਿਹਾਸ ਆ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਹੁੰਦੀਆਂ, ਪਰ ਨੈਤਿਕਤਾ ਦੇ ਆਧਾਰ ਤੇ ਸਾਨੂੰ ਅਸਤੀਫਾ ਦੇਣਾ ਬਣਦਾ ਹੈ, ਕਿਉਂਕਿ ਸਾਡੀ ਇੱਕ ਨੈਤਿਕਤਾ ਹੈ। ਅਸੀਂ ਪੋਲੀਟੀਸ਼ੀਅਨ ਆ, ਇੱਕ ਰਾਜਨੀਤੀ ਪਾਰਟੀ ਦੇ ਸੰਬੰਧਿਤ ਆ, ਪਰ ਉਹ ਕਹਿੰਦੇ ਅਸੀਂ ਵਿਪਕਸ਼ ਦੇ ਕਹਿਣ ਤੇ ਨਹੀਂ ਦੇਣਾ। ਇਹ ਇਟਲੀ ਵਾਲੀ ਮੈਡਮ ਦਾ ਇੰਤਜ਼ਾਰ ਕਰਦੇ ਪਏ ਆ ਵੀ ਉਹ ਕਹੂਗੀ ਤੇ ਅਸਤੀਫਾ ਦੇ ਦੇਣਾ, ਨਹੀਂ ਤਾਂ ਵਿਪਕਸ਼ ਨੂੰ ਸਮਝਦੇ ਕੁਝ ਨਹੀਂ। ਅੱਜ ਕੱਲ ਦੇ ਆਰਡਰ ਕੱਢੇ ਸੀ ਵੀ ਰੇਟ ਵਧਾ ਦੇਣੇ ਆ ਸਾਰੇ ਹਸਪੀਟਲਾਂ ਦੇ। ਮੈਂ ਬਾਗਾ ਸਾਹਿਬ ਚਲੋ ਵਿਚਕਾਰ ਰੋਕ ਰਿਹਾ। ਕਦੇ ਤੁਸੀਂ ਕਹਿੰਦੇ ਹੋ ਕਿ ਕੈਪਟਨ ਸਾਹਿਬ ਉਹਨਾਂ ਦੀ ਨਹੀਂ ਸੁਣਦੇ ਦਿੱਲੀ ਵਾਲੇ ਦੇ, ਹੁਣ ਤੁਸੀਂ ਕਹਿ ਰਹੇ ਹੋ ਕਿ ਜੀ ਉਹਨਾਂ ਦੇ ਕਹਿਣ ਤੇ ਅਸਤੀਫਾ ਲੈਣਗੇ। ਇਹ ਚੀਜ਼ਾਂ ਕੁਝ ਹੈਗੀਆਂ, ਪਰ ਗਰਾਊਂਡ ਰਿਐਲਿਟੀ ਦੀ ਗੱਲ ਮੈਂ ਇਹੀ ਬਾਬਾ ਪੁੱਛ ਰਿਹਾ ਵੀ ਕਿਹਦੇ ਇੰਤਜ਼ਾਰ ਕਰਦੇ ਪਏ ਆ। ਤੁਹਾਨੂੰ ਪਤਾ ਹੋਊਗਾ ਜਦੋਂ ਪਿਛਲਾ ਵੀ ਅਸਤੀਫਾ ਦਿੱਤਾ ਰਾਣਾ ਜੀ ਦਾ, ਉਹ ਕਿੱਦਾਂ ਹੋਇਆ ਸੀ। ਉਦੋਂ ਮੀਡੀਆ ਨੇ ਬਹੁਤ ਸਾਰੀਆਂ ਗੱਲਾਂ ਉਠਾਈਆਂ ਸੀ ਤੇ ਮੈਨੂੰ ਲੱਗਦਾ ਜਾਂ ਤੇ ਇਹੋ ਇੰਤਜ਼ਾਰ ਕਰ ਰਿਹਾ ਜਾਂ ਫਿਰ ਜਿਹੜੀ ਆਪਸੀ ਕਲਾ ਆ ਉਹਨੂੰ ਬਚਾਉਣ ਲਈ ਇਹ ਸਿਰਫ ਤੇ ਸਿਰਫ ਵਿਪਕਸ਼ ਨੂੰ। ਮੈਨੂੰ ਤਾਂ ਇਹ ਲੱਗ ਰਿਹਾ ਕਿ ਸ਼ਾਇਦ ਅਕਤੂਬਰ ਦੇ ਪਹਿਲੇ ਹਫਤੇ ਰੀਸ਼ਫਲ ਵੀ ਹੋਣਾ ਕੈਬਨਿਟ ਦੇ ਵਿੱਚ ਔਰ ਉਸ ਵੇਲੇ ਬਹੁਤ ਕੁਝ ਹੋ ਵੀ ਜਾਏਗਾ। ਪਵਨ ਜੀ,
ਟੀਨੂ ਜੀ ਨਹੀਂ FIR ਦਰਜ ਤਾਂ ਇਹਨਾਂ ਨੂੰ FIR ਦਰਜ ਤਾਂ ਤੁਰੰਤ ਕਰਨੀ ਚਾਹੀਦੀ ਠੀਕ ਹੈ ਟੀਨੂ ਜੀ ਨਵਨੀਤ ਜੀ ਮੈਂ ਦੋ ਗੱਲਾਂ ਕਰਨੀਆਂ। ਹਾਂ ਇੱਕ ਤਾਂ ਇਹ ਕਾਂਗਰਸ ਦੇ ਸਪੋਕਸਮੈਨ ਕਹਿ ਰਹੇ ਆ ਵੀ ਤੁਸੀਂ ਜੀ ਇੱਕ ਸੈੱਟ ਪ੍ਰੋਸੀਜਰ ਹੁੰਦਾ ਕਿਸੇ ਕਾਰਵਾਈ ਦਾ, ਵੀ ਜੇ ਕੈਮਰੇ ਸਾਹਮਣੇ ਕਤਲ ਵੀ ਹੋ ਜਾਵੇ ਤਾਂ ਉਹਨੂੰ ਫਾਂਸੀ ਨਹੀਂ ਦਿੱਤੀ ਜਾਂਦੀ। ਬਿਲਕੁਲ ਉਹਨੂੰ ਉਸੇ ਵੇਲੇ ਫਾਂਸੀ ਨਹੀਂ ਦਿੱਤੀ ਜਾਂਦੀ, ਪਰ ਢਿੱਲੋਂ ਸਾਹਿਬ ਉਹਨੂੰ ਉਸੇ ਵੇਲੇ ਅਰੈਸਟ ਕਰਕੇ ਹਵਾਲਾ 'ਚ ਬੰਦ ਕੀਤਾ ਜਾਂਦਾ ਸਲਾਖਾਂ ਦੇ ਪਿੱਛੇ। ਉਹਨੂੰ ਡਰਾਇੰਗ ਰੂਮ 'ਚ ਨਹੀਂ ਭੇਜਦੇ ਵੀ ਜਾ ਜੋ ਮਰਜ਼ੀ ਕਰੀ ਜਾ। ਇੱਕ ਦੂਜੀ ਗੱਲ ਦੇਖੋ, ਅੱਜ ਸਾਧੂ ਸਿੰਘ ਧਰਮਸੋਤ ਜੀ ਕਹਿ ਰਹੇ ਆ ਕਿ ਮੇਰੀ ਉਸ ਸੈਕਟਰੀ ਨਾਲ ਬਣਦੀ ਨਹੀਂ। ਫਿਰ ਅੱਜ ਕਹਿ ਰਹੇ ਆ ਕਿ 10 ਮਹੀਨੇ ਹੋ ਗਏ 309 ਕਰੋੜ 21 ਲੱਖ ਰੁਪਈਆ ਸੈਂਟਰ ਗਵਰਨਮੈਂਟ ਦਾ ਆਇਆ ਆ, ਵੰਡਿਆ ਨਹੀਂ। ਮੰਨਦੇ ਆ, ਤੁਹਾਡੇ ਸਾਹਮਣੇ ਮੰਨਿਆ ਮੀਡੀਆ ਤੇ। ਲੇਕਿਨ ਇਸ ਤੋਂ ਪਹਿਲਾਂ 2 ਦਿਨ ਪਹਿਲਾਂ ਤੋਂ ਇਹਨਾਂ ਦੀਆਂ ਸਟੇਟਮੈਂਟਸ ਦੇਖ ਲਓ, ਕਹਿੰਦੇ ਜੀ ਕੇਂਦਰ ਸਰਕਾਰ ਦਿੰਦੀ ਕੁਛ ਨਹੀਂ, ਪੈਸਾ ਭੇਜਿਆ ਨਹੀਂ, ਅਸੀਂ ਤਾਂ ਇਹ ਕਰ ਦਿਆਂਗੇ ਉਹ ਕਰ ਦਿਆਂਗੇ। ਦੇਖੋ ਜਿਹੜੀ ਚੁਣੀ ਹੋਈ ਸਰਕਾਰ ਜਿਹੜੀ ਹੁੰਦੀ, ਚੁਣੀ ਹੋਈ ਨੁਮਾਇੰਦੇ ਜਿਹੜੇ ਹੁੰਦੇ ਆ, ਉਹ ਪਬਲਿਕ ਨੂੰ ਅਨਸਰੇਬਲ ਹੁੰਦੇ ਆ ਤੇ ਅਫਸਰ ਤੁਹਾਨੂੰ ਅਨਸਰੇਬਲ ਹੁੰਦੇ ਗਵਰਨਮੈਂਟ। ਹੁਣ ਅਸੀਂ ਅਫਸਰ ਨੂੰ ਨਹੀਂ ਪੁੱਛਣਾ, ਲੋਕਾਂ ਨੇ ਵਿਸ਼ਵਾਸ ਤੁਹਾਡੇ ਤੇ ਕਰਕੇ ਵੋਟਾਂ ਦਿੱਤੀਆਂ, ਸਰਕਾਰ ਬਣਾਈ, ਤੇ ਜਵਾਬ ਤਾਂ ਹੁਣ ਕੈਪਟਨ ਅਮਰਿੰਦਰ ਸਿੰਘ ਕੋਲ ਲੈਣਾ ਵੀ ਭਾਈ ਘਪਲਾ ਹੋ ਗਿਆ 55.97 ਕਰੋੜ ਦਾ। ਉਸ ਜਾਂਚ ਰਿਪੋਰਟ 'ਚ ਸਾਫ਼-ਸਾਫ਼ ਲਿਖਿਆ ਨਵਦੀਪ ਜੀ ਕਿ ਗੋਸਟ ਇੰਸਟੀਚਿਊਸ਼ਨ 97 ਗੋਸਟ ਇੰਸਟੀਚਿਊਸ਼ਨ ਆ ਜਿਨ੍ਹਾਂ ਨੇ 56 ਕਰੋੜ ਰੁਪਈਆ ਛਕ ਲਿਆ, ਪਤਾ ਨਹੀਂ ਕਿੱਥੇ ਗਿਆ। ਫਿਰ ਰਿਕਾਰਡ ਵਿੱਚ ਟੈਂਪਰਿੰਗ ਹੋਈ ਆ, ਰੂਲਾਂ ਸੂਲਾਂ ਤੋਂ ਉੱਪਰ ਜਾ ਕੇ ਵੱਖਰੇ ਬੈਂਕ ਅਕਾਊਂਟ ਖੋਲੇ ਗਏ ਆ। ਇੱਕ ਤਾਂ ਬੈਂਕ ਅਕਾਊਂਟ ਹੁੰਦੇ ਐਫਡੀ ਦੇ, ਇੱਕ ਹੁੰਦੇ ਵੈਲਫੇਅਰ ਡਿਪਾਰਟਮੈਂਟ ਦੇ। ਇੱਕ ਸਾਧੂ ਸਿੰਘ ਧਰਮਸੋਤ ਦੇ ਪਸੰਦੀਦਾ ਅਫਸਰ ਜਿਹਨੂੰ ਇੱਕ ਵਾਰੀ ਸੈਕਟਰੀ ਨੇ ਸਸਪੈਂਡ ਕੀਤਾ ਸੀ ਤੇ ਸਾਧੂ ਸਿੰਘ ਜੀ ਨੇ ਦੂਜੇ ਦਿਨ ਹੀ ਉਹਨੂੰ ਬਹਾਲ ਕਰਤਾ ਸੀ ਬਿਨਾਂ ਕਿਸੇ ਕਲੈਰੀਫਿਕੇਸ਼ਨ ਦੇ। ਉਸ ਅਧਿਕਾਰੀ ਨੇ ਵੱਖਰੇ ਬੈਂਕ ਅਕਾਊਂਟ ਖੋਲ ਲਏ ਪ੍ਰਾਈਵੇਟ ਬੈਂਕਾਂ 'ਚ। ਸੋ ਇਹ ਸਾਰੀ ਜਨਤਾ ਨੂੰ ਪਤਾ ਹੁਣ ਕਿ ਫਰਾਡ ਹੋਇਆ ਮੰਤਰੀ ਦੇ। ਨਹੀਂ ਜੇ ਇੰਨਾ ਕੁਝ ਤੁਹਾਨੂੰ ਪਤਾ ਹੈ ਪਵਨ ਕੁਮਾਰ ਟੀਨੂ ਜੀ ਕਿ ਕਿੱਥੇ ਕੀ ਹੋਇਆ, ਕਿੰਨਾ ਅਕਾਊਂਟ, ਤੇ ਤੁਹਾਨੂੰ ਨਹੀਂ ਲੱਗਦਾ ਸਰਕਾਰ ਨੂੰ ਪਤਾ ਹੋਏਗਾ? ਸਰਕਾਰ ਨੂੰ ਸਭ ਪਤਾ। ਦੇਖੋ ਇਹ ਤਾਂ ਗੱਲ ਮੈਂ ਸਮਝਦਾ ਸੀ ਵੀ ਜੇ ਕੈਪਟਨ ਅਮਰਿੰਦਰ ਸਿੰਘ ਜੀ 'ਚ ਜਰਾ ਵੀ ਇਮਾਨਦਾਰੀ ਹੁੰਦੀ ਤਾਂ ਕੱਲ ਹੀ ਅਸਤੀਫਾ ਲੈ ਲੈਂਦੇ, ਲੇਕਿਨ ਉਹਨਾਂ ਨੇ IAS ਅਫਸਰ ਦੀ ਜਾਂਚ IAS ਅਫਸਰ ਨੂੰ ਦੇ ਦਿੱਤੀ। ਤੇ ਅੱਜ ਮੈਂ ਤੁਹਾਨੂੰ ਹੋਰ ਨਵੀਂ ਗੱਲ ਦੱਸ ਦਿੰਦਾ। ਇੱਕ ਅਸੀਂ ਡਿਮਾਂਡ ਕੀਤੀ ਸੀ ਕੇਂਦਰ ਸਰਕਾਰ ਕੋਲੋਂ। ਕੇਂਦਰ ਸਰਕਾਰ ਦੇ ਵਜ਼ੀਰ ਥਾਵਰ ਚੰਦ ਗਹਿਲੋਤ ਜੀ ਨੇ ਅੱਜ ਡਿਪਾਰਟਮੈਂਟਲ ਇਨਕੁਆਇਰੀ ਮਾਰਕ ਕਰ ਦਿੱਤੀ ਹੈ। ਹਾਂ, ਜੁਆਇੰਟ ਸੈਕਟਰੀ ਲੈਵਲ ਦੇ ਅਫਸਰਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ। ਬਿਲਕੁਲ ਜ਼ਿੰਮੇਵਾਰੀ ਦਿੱਤੀ ਹੈ। ਔਰ ਸਾਰੀ ਇਹ ਜਿਹੜੀ ਰਿਪੋਰਟ ਹੈ ਐਡੀਸ਼ਨਲ ਚੀਫ ਸੈਕਟਰੀ ਦੀ, ਇਹ ਹੁਣ ਦਿੱਲੀ ਜਾਊਗੀ। ਪਰ ਸਵਾਲ ਨਾ ਇੱਕ ਹੋਰ ਹੈ ਪਵਨ ਕੁਮਾਰ ਟੀਨੂ ਜੀ, ਮੈਂ ਬਾਕੀ ਸਾਰੀ ਗੱਲ ਨੂੰ ਸਾਈਡ ਰੱਖਾਂ, ਛੋਟੀ ਜੀ ਗੱਲ ਜੋ ਸਿਆਸਤ ਹੋ ਰਹੀ ਹੈ ਥੋੜੀ ਦੇਰ ਉਹਨੂੰ ਸਾਈਡ ਰੱਖਣਾ। ਮੈਂ ਇੱਕ ਮਿੰਟ ਪਵਨ ਜੀ, ਇੱਕ ਮਿੰਟ ਟੀਨੂ ਜੀ, ਇੱਕ ਮਿੰਟ ਦਿਓ ਬਸ। ਬੀਬੀ ਮਾਣੂਕੇ ਜੀ, ਦਿੱਲੀ ਤੋਂ ਪੰਜਾਬ ਤੋਂ ਦਿੱਲੀ ਫਾਈਲਾਂ ਗੇੜੀਆਂ ਲੱਗਣਗੀਆਂ, ਪਰ ਸਵਾਲ ਵੱਡਾ ਹੈ ਕਿ ਵਿਦਿਆਰਥੀਆਂ ਦਾ ਹੱਕ ਉਹਨਾਂ ਨੂੰ ਕਦੋਂ ਮਿਲੇਗਾ? ਹੁਣ ਸ਼ਾਇਦ ਫਾਈਲਾਂ ਦੇ ਵਿੱਚ ਕਰ ਫਿਰ ਤੋਂ ਇਹ ਗੱਲ ਘੁੰਮ ਕੇ ਰਹਿ ਜਾਏਗੀ। ਮੈਨੂੰ ਇੱਕ ਗੱਲ ਦੱਸੋ, ਤੇ ਮੈਂ ਸਾਹਿਬ ਕਹਿ ਰਹੇ ਆ ਵੀ ਜੇ ਕੈਮਰੇ ਦੇ ਸਾਹਮਣੇ ਕਤਲ ਹੋ ਜੇ ਉਹਨੂੰ ਫਾਂਸੀ ਨਹੀਂ ਦਿੱਤੀ ਜਾਂਦੀ, ਕੀ ਉੱਥੇ ਕੋਈ ਟ੍ਰਾਇਲ ਨਹੀਂ ਚਲਾਇਆ ਜਾਂਦਾ? ਕੀ ਉਹਨੂੰ ਅਫਸਰਸ਼ਾਹੀ ਦੀ ਕੁਰਸੀ ਤੇ ਬਿਠਾਇਆ ਜਾਂਦਾ? ਜਾਂ ਫਿਰ ਇਸ ਗੱਲ ਦਾ ਮੈਨੂੰ ਜਵਾਬ ਦੇਣ ਵੀ ਪਿਛਲੇ 3 ਸਾਲਾਂ ਦੇ ਵਿੱਚ ਇਹ ਆਪ ਉਧਰੀਆਂ ਕਰਨ 'ਚ ਬਿਜ਼ੀ ਹੋ ਗਏ ਕਿ ਇਹਨਾਂ ਨੇ ਇਹ ਦੇਖਿਆ ਵੀ ਜਿਹੜੀ ਸਹੁੰ ਖਾ ਕੇ ਅਸੀਂ ਇਹ ਕਿਹਾ ਸੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਵਜ਼ੀਫਾ ਅਸੀਂ ਜਲਦੀ ਰਿਲੀਜ਼ ਕਰਾਵਾਂਗੇ, ਜਿਹੜਾ ਪਿਛਲਾ ਦੋਸ਼ੀ ਹੋਇਆ ਉਹਨਾਂ ਨੇ ਇਹ ਦੋਸ਼ੀ ਹੋਇਆ ਉਹਦੇ ਤੇ ਸਜ਼ਾ, ਉਹਦੇ ਤੇ ਆਪਾਂ ਕੋਈ ਕੇਸ ਚਲਾਵਾਂਗੇ, ਕਿਸੇ ਟ੍ਰਾਇਲ 'ਚ ਲੈ ਕੇ ਆਵਾਂਗੇ, ਤੁਹਾਡੇ ਸਾਹਮਣੇ ਨੰਗਾ ਕਰਾਂਗੇ। ਜਾਂ ਫਿਰ ਉਹ ਸਿਰਫ ਵੋਟ ਤੰਤਰ ਸੀ? ਜਿਹੜੇ ਬੱਚੇ ਤਰਾ ਕਰਦੇ ਰਹੇ ਵੀ ਸਾਨੂੰ ਸਰਟੀਫਿਕੇਟ ਨਹੀਂ ਮਿਲੇ, ਸਾਨੂੰ ਡਿਗਰੀਆਂ ਨਹੀਂ ਮਿਲੀਆਂ, ਉਹਦੀ ਆਵਾਜ਼ ਅਸੀਂ ਉੱਪਰ ਤੱਕ ਪਹੁੰਚ ਗਈ ਨਹੀਂ। ਇਹ ਘੱਟ ਗਿਣਤੀ ਮਾਮਲਿਆਂ ਦੇ ਸ਼ਕਤੀਕਰਨ ਕਰਨਾ ਤਾਂ ਕੀ ਸੀ? ਇਹਨਾਂ ਨੇ ਸਾਡੀਆਂ ਜੜ੍ਹਾਂ ਲਾ ਕੇ ਰੱਖਤੀਆਂ ਦਲਿਤ ਵਿਦਿਆਰਥੀਆਂ ਦੀਆਂ। ਸਭ ਤੋਂ ਵੱਡੀ ਗੱਲ, ਜੇ ਆਪਾਂ ਅੱਜ ਦੀ ਤਰੀਕ ਦੇ ਵਿੱਚ ਚਲੋ ਆਪਾਂ ਇਹ ਵੀ ਸੋਚ ਲਈਏ ਬਈ ਸਾਧੂ ਸਿੰਘ ਧਰਮਸੋਤ ਜੀ ਸਵਾਲਾਂ ਦੇ ਘੇਰੇ 'ਚ ਕਿਉਂ ਆਏ? ਕਿਉਂਕਿ ਉਹਨਾਂ ਨੇ ਆਪਣੇ ਸੈਕਟਰੀ ਨੇ ਕਿਹਾ ਵੀ ਭਾਈ ਆ ਗਵਨ ਹੋ ਗਏ, ਕਿਉਂਕਿ ਉਹਨੂੰ ਪਤਾ ਹੋਣਾ ਸੈਕਟਰੀ ਨੂੰ ਵੀ ਜਦੋਂ ਹੀ ਸਰਕਾਰਾਂ ਬਦਲਦੀਆਂ ਉਦੋਂ ਬਾਅਦ ਸਾਰਾ ਜਿਹੜਾ ਕੀਤਾ ਕਰਾਇਆ ਮਲਾਈ ਖਾ ਕੇ ਕੋਈ ਹੋਰ ਸ਼ੱਕ ਤੇ ਤੁਰ ਜਾਂਦਾ, ਜੋ ਡਿਪਾਰਟਮੈਂਟਲ ਆ ਉਹ ਸਾਰਾ ਫਸ ਜਾਂਦਾ। ਹੁਣ ਇਸ ਗੱਲ ਦੀ ਸੋਚਣਾ ਪੈਣਾ ਆਪਾਂ ਨੂੰ ਵੀ ਜਾਂਚ ਇਹਦੀ ਕੌਣ ਕਰੇ?
ਜਾਂ ਤਾਂ ਇੱਕ ਫਿਰ ਉਹੀ ਆ ਵੀ ਸਿੱਟ ਬਿਠਾ ਦਿਆ ਕਰਨਗੇ, ਰਾਜਾ ਸਾਹਿਬ ਜਾਂਦੇ ਆਏ ਆ ਸਿੱਟਾਂ ਹੀ ਬਿਠਾ ਰਹੇ ਆ, ਉਹਦੀ ਸਿੱਟਾਂ ਦੇ ਬਦਲੇ ਉਹਨਾਂ ਨੂੰ ਕਲੀਨ ਚਿੱਟ ਦੇ ਰਹੇ ਆ। ਕਲੀਨ ਚਿੱਟ ਦੇ ਬਦਲੇ ਸਾਡਾ ਜਿਹੜਾ ਘੱਟ ਗਿਣਤੀ ਵਿਦਿਆਰਥੀ ਆ ਜਿਹੜਾ ਤਰਾ ਕਰਦਾ, ਜਿਨ੍ਹਾਂ ਕੋਲੇ ਸਿਰਫ ਇੱਕ ਸੁਪਨਾ ਹੁੰਦਾ ਵੀ ਸਰਕਾਰ ਸਾਨੂੰ ਕੋਈ ਡਾਕਟਰ ਬਣਨ ਦਾ, ਕੋਈ ਇੰਜੀਨੀਅਰ ਬਣਨ ਦਾ, ਕੋਈ ਟੀਚਰ ਬਣਨ ਦਾ ਸਕਾਲਰਸ਼ਿਪ ਦੇਗੀ, ਅਸੀਂ ਆਪਣੇ ਪਿਓ ਨੂੰ ਦਿਹਾੜੀ ਤੋਂ ਹਟਾ ਕੇ, ਅਸੀਂ ਆਪਣੇ ਪਿਓ ਨੂੰ ਕੂੜਾ ਚੱਕਣ ਵਾਲੀ ਡਿਊਟੀ ਤੋਂ ਹਟਾ ਕੇ ਅਸੀਂ ਘੱਟੋ ਘੱਟ ਇੱਕ ਸ਼ਾਮ ਦੀ ਇੱਜ਼ਤ ਦੀ ਰੋਟੀ ਤਾਂ ਖਵਾ ਸਕਾਂਗੇ। ਪਰ ਨਹੀਂ, ਸਾਧੂ ਸਿੰਘ ਧਰਮਸੋਤ ਜੀ ਖੁਦ ਇਸ ਦਰਦ ਦੇ ਵਿੱਚੋਂ ਨਿਕਲੇ ਹੋਏ, ਜਾਂ ਕੋਈ ਵੀ ਮੰਤਰੀ, ਆ ਮੇਰੇ ਨਾਲ ਸਾਥੀ ਢਿੱਲੋਂ ਸਾਹਿਬ ਨੇ ਕਿਹਾ ਸੀ ਵੀ ਦਿੱਲੀ 'ਚ ਕਪਿਲ ਮਿਸ਼ਰਾ ਜੀ ਨੇ ਇਹ ਕੀਤਾ ਸੀ, ਅਸੀਂ ਕਰਕੇ ਵੀ ਦਿਖਾਤਾ, ਅਸੀਂ ਕੱਢ ਕੇ ਵੀ ਦਿਖਾਤਾ ਉਹਦੇ ਮੰਤਰੀ ਨੂੰ ਬਾਹਰ। ਅਸੀਂ ਜੇ ਉਸ ਅੱਜ ਉਹ ਬੀਜੇਪੀ 'ਚ ਬੈਠਾ, ਜੋ ਮਰਜ਼ੀ ਹੋਵੇ, ਬਾਕੀ ਰਹੀ ਗੱਲ ਮੈਂ ਭਾਵੇਂ ਉਹ ਕੋਈ ਵੀ ਹੋਵੇ ਜਿਹਨੇ ਗਰੀਬਾਂ ਦਾ ਖੂਨ ਚੂਸਿਆ, ਉਹਨੂੰ ਸਾਈਡ ਤੇ ਕਰੋ, ਤੁਸੀਂ ਦੁਬਾਰਾ ਬਹਾਲ ਕਰ ਲਓ, ਸਾਨੂੰ ਮਨਜ਼ੂਰ ਹੈ। ਇੱਕ ਵਾਰੀ ਕਰਕੇ ਟਾਈਮ ਬਾਉਂਡ ਇਨਕੁਆਇਰੀ ਰੱਖੋ, ਹਫਤਾ 10 ਦਿਨ 15 ਦਿਨ ਤੁਹਾਡੇ ਕੋਲ ਪੂਰਾ ਪ੍ਰਸ਼ਾਸਨ ਬੈਠਾ, ਪੂਰਾ ਮੰਤਰੀ ਮੰਡਲ ਬੈਠਾ, ਪੂਰੀ ਅਫਸਰਸ਼ਾਹੀ ਬੈਠੀ ਆ। ਜੇ ਤੁਸੀਂ ਕਰਵਾਉਣੀ ਵੀ ਹੈ, ਇੱਕ ਸਿਟਿੰਗ ਜੱਜ ਉੱਪਰ ਬਿਠਾਓ, ਨਾਲ ਦੀ ਨਾਲ ਇੱਕ ਟੀਮ ਲਾ ਦਿਓ ਵੀ ਲਓ 10 ਦਿਨ, ਵੈਸੇ ਵੀ ਕਰੋਨਾ ਕਾਲ ਦੇ ਵਿੱਚ ਕਿੰਨਾ ਕੁ ਕੰਮ ਹੋ ਰਿਹਾ, 10 ਦਿਨ ਦੇ ਵਿੱਚ ਇਨਕੁਆਇਰੀ ਦਿਓ। ਜਿਹਨੇ ਪੈਸਾ ਖਾਦਾ ਗਰੀਬਾਂ ਦਾ, ਉਹਨੇ ਕਿਉਂ ਖਾਦਾ, ਉਹਦੇ 'ਚ ਕਿਹੜਾ ਅਫਸਰ, ਕਿਹੜਾ ਮੰਤਰੀ ਤੇ ਕਿਹੜਾ ਸ਼ਾਹੀ ਮਹਿਲ ਇਨਵੋਲਵ ਆ। ਮੈਨੂੰ ਲੱਗਦਾ ਜਿਸ ਹਿਸਾਬ ਨਾਲ ਰਾਜਾ ਜੀ ਨੇ ਉਸ ਦਿਨ ਕਲੀਨ ਚਿੱਟ ਦਿੱਤੀ ਆ, ਇਹ ਪੈਸਾ ਉੱਥੇ ਤੱਕ ਗਿਆ ਹੋਣਾ, ਕੋਈ ਨਾ ਕੋਈ ਤਾਂ ਉਹਨਾਂ ਦੀ ਵੀ ਇਟਾਲੀਅਨ ਬਿਲਡਿੰਗ ਬਣੀ ਗਈ ਹੋਏਗੀ ਇਸ ਹਿਸਾਬ ਨਾਲ। ਅਦਰਵਾਈਜ਼ ਜੇ ਨਹੀਂ ਰਾਜਾ ਸਾਹਿਬ ਇਨਵੋਲਵ ਇਹਦੇ 'ਚ, ਜਿਸ ਤਰ੍ਹਾਂ ਢਿੱਲੋਂ ਸਾਹਿਬ ਨੇ ਕਿਹਾ ਵੀ ਜ਼ੀਰੋ ਟੋਲਰੈਂਸ ਹੈ ਕਰਪਸ਼ਨ ਦੀ, ਮੈਂ ਮੰਨੂ ਤਾਂ ਜੇ ਪਿਛਲੀਆਂ ਕਲੀਨ ਚਿੱਟਾਂ ਨਾ ਦਿੱਤੀਆਂ ਹੋਣ ਤੇ ਹੁਣ ਵਾਲੀ ਕਲੀਨ ਚਿੱਟ ਲੋਕਾਂ ਨੂੰ ਵੀ ਪਤਾ ਵੀ ਕੁਝ ਨਹੀਂ ਹੋਣਾ, ਤੇ ਜੇ ਕੁਝ ਹੋਣਾ ਹੀ ਨਹੀਂ ਫਿਰ ਤਾਂ ਪਹਿਲਾਂ ਹੀ ਕਹਿ ਦਿਆ ਸਾਨੂੰ ਵੀ ਸਾਰਾ ਇੱਕ ਅਸੀਂ ਇਨਕੁਆਇਰੀ ਕਰਾਵਾਂਗੇ, ਇਨਕੁਆਇਰੀ ਕਰਾ ਕੇ ਸਾਰੇ ਜਣੇ ਇਕੱਠੇ ਬੈਠਾਂਗੇ, ਪਰ ਤੁਸੀਂ ਗੁੱਸਾ ਨਾ ਕਰਿਓ, ਅਸੀਂ ਇੱਕ ਦੂਜੇ ਨੂੰ ਕੋਸਾਂਗੇ, ਉਸ ਤੋਂ ਬਾਅਦ ਨਿਬੜ ਜਾਏਗੀ। 1.5 ਲੱਖ ਵਿਦਿਆਰਥੀਆਂ ਦੇ ਭਵਿੱਖ ਦਾ ਸਵਾਲ ਆ, 1.5 ਲੱਖ ਜਿਹੜਾ ਬੱਚਾ ਪੜ੍ਹਾਈ ਛੱਡ ਗਿਆ, ਜਿਹੜਾ ਮਜਬੂਰ ਹੋ ਗਿਆ ਅਖੀਰ 'ਚ ਦਿਹਾੜੀਆਂ ਲਾਉਂਦੇ ਫਿਰਦੇ ਆ, ਕੋਈ ਪੱਟੇ ਤੇ ਇੱਟਾਂ ਪੱਥਦਾ ਫਿਰਦਾ, ਢੇਰ ਸਾਰੇ ਮੈਡਲ ਚੱਕ ਕੇ ਵੀ ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਨਹੀਂ ਵੀ ਸਰਟੀਫਿਕੇਟ ਕਦੋਂ ਮਿਲਣੇ ਆ, ਜੇ ਅਸੀਂ ਜਿਹੜੀ ਜਗ੍ਹਾ ਤੇ ਮਰੇ ਆ ਉੱਥੇ ਕੀ ਮਿਲਣਾ। ਮੇਰੀ ਨਵਨੀਤ ਜੀ ਇੱਕ ਬੇਨਤੀ ਹੈ ਤੁਹਾਡੇ ਹੱਥ ਜੋੜ ਕੇ ਕਰਦੀ ਹੈ, ਢਿੱਲੋਂ ਸਾਹਿਬ ਨੂੰ ਕਹੋ ਅਸੀਂ ਇੱਕ ਲਫ਼ਜ਼ ਨਹੀਂ ਬੋਲਦੇ, ਵਿਰੋਧੀ ਲਫ਼ਜ਼ ਨਹੀਂ ਬੋਲਦੇ, ਪਰ ਤੁਸੀਂ ਹਫ਼ਤੇ 10 ਦਿਨ ਦੇ ਵਿੱਚ ਇਨਕੁਆਇਰੀ ਕਰਾਓਗੇ, ਇਸ ਗੱਲ ਦਾ ਜਵਾਬ ਦੇ ਦਿਓ ਢਿੱਲੋਂ ਸਾਹਿਬ। ਮੈਂ ਨਾ ਜਿਹੜੀ ਜੋ ਸਭ ਦਾ ਸੈਂਟੀਮੈਂਟ ਆ, ਔਰ ਮੈਂ ਖਾਸ ਤੌਰ ਤੇ ਕਹੂੰਗਾ ਕਿਉਂਕਿ ਇਹ ਉਸ ਵਰਗ ਦੀ ਗੱਲ ਕਰ ਰਹੇ ਆ ਆਪਾਂ ਜਿਹਨੂੰ ਸਭ ਤੋਂ ਵੱਧ ਸਰਕਾਰਾਂ ਦੀ ਲੋੜ ਹੁੰਦੀ ਹੈ। ਬਿਲਕੁਲ, ਜਿਹੜਾ ਇਸ ਚੀਜ਼ ਦੇ ਵਿੱਚ ਗੜਬੜ ਕਰਦਾ ਨਾ ਉਹਨੂੰ ਬਖਸ਼ਿਆ ਛੱਡੋ, ਪਾਰਟੀ ਵਿੱਚ ਵੀ ਨਹੀਂ ਬਖਸ਼ਿਆ ਜਾਂਦਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਆ ਇਹਦੇ ਵਿੱਚ। ਲੇਕਿਨ ਮੈਂ ਫਿਰ ਤੁਹਾਨੂੰ ਉਹੀ ਗੱਲ ਕਹਿ ਰਿਹਾ, ਦੇਖੋ ਅਗਰ ਤਾਂ ਆਪੋਜੀਸ਼ਨ ਪਾਰਟੀਆਂ ਦੀ ਜਿਹੜੀ ਐਲੀਗੇਸ਼ਨਸ ਆ ਨਾ ਉਹ ਤਾਂ ਬੜੀਆਂ ਕ੍ਰੈਡੀਬਲ ਹੋਣ, ਅਗਰ ਇਹ ਸੇਮ ਕ੍ਰਾਈਟੇਰੀਆ ਆਪਣੀ ਪਾਰਟੀ ਦੇ ਉੱਤੇ ਲਾਉਂਦੇ ਹੋਣ। ਜਤਿੰਦਰ ਸਿੰਘ ਤੋਮਰ ਦਾ ਫੇਕ ਡਿਗਰੀ ਕੇਸ ਆਇਆ, ਇਹਨਾਂ ਨੇ ਕਿੰਨੀ ਦੇਰ ਬਾਅਦ ਹਟਾਇਆ, ਸ਼ਰੇਆਮ ਫੇਕ ਡਿਗਰੀ ਸਾਹਮਣੇ ਸੀਗੀ, ਸ਼ਰੇਆਮ ਸਾਰਾ ਕੁਝ ਸੀਗਾ। ਸੁਖਬੀਰ ਬਾਦਲ ਦੇ ਉੱਤੇ ਸਾਰੇ ਜਸਟਿਸ ਜ਼ੋਰਾ ਸਿੰਘ ਦੀ ਰਿਪੋਰਟ, ਜਸਟਿਸ ਉਹਨਾਂ ਦੀ ਰਿਪੋਰਟ, ਇਹਨਾਂ ਨੇ ਕਿੰਨੀ ਪ੍ਰੋਪਰਟੀ ਔਰ ਵਿਖਾ ਕੇ ਇਹਨਾਂ ਨੇ ਅੱਜ ਤੱਕ ਅਸਤੀਫਾ ਦਿੱਤਾ ਜਾਂ ਅੱਜ ਤੱਕ ਕਬੂਲ ਕੀਤਾ। ਮੈਂ ਤੁਹਾਨੂੰ ਫਿਰ ਉਹੀ ਗੱਲ ਕਹਿ ਰਿਹਾ, ਦੇਖੋ ਐਲੀਗੇਸ਼ਨਸ ਜ਼ਰੂਰ ਲੱਗਦੀਆਂ ਲੇਕਿਨ ਫੇਅਰ ਟ੍ਰਾਇਲ, ਮੈਂ ਫਿਰ ਅਗਰ ਆਪਾਂ ਫੇਅਰ ਟ੍ਰਾਇਲ ਇੱਕ ਬੰਦੇ ਨੂੰ ਨਹੀਂ ਦੇ ਸਕਦੇ, ਔਰ ਜੋ ਕਿ ਜਸਟਿਸ ਦਾ ਪਹਿਲਾ ਸਟੈਪ ਆ। ਅੱਜ ਤੁਸੀਂ ਜਸਟਿਸ, ਤੁਸੀਂ ਗੱਲ ਕਹਿ ਰਹੇ ਹੋ ਠੀਕ ਆ ਕਿ ਇਹ ਕੈਮਰੇ ਵਾਲੀ ਗੱਲ ਨੂੰ ਕਰਦੇ ਤੇ ਅਰੈਸਟ ਕਰਨਾ ਚਾਹੀਦਾ, ਉਹਨਾਂ ਤੇ ਐਲੀਗੇਸ਼ਨ ਲੱਗਣੀ ਚਾਹੀਦੀ। ਇੰਟਰਨਲ ਡਿਪਾਰਟਮੈਂਟਲ ਜੋ ਗੱਲ ਆ, ਚੀਫ ਸੈਕਟਰੀ ਨੂੰ ਇਨਕੁਆਇਰੀ ਮਾਰਕ ਹੋਈ, ਇਨਕੁਆਇਰੀ ਨਾ ਮਾਰਕ ਹੋਈ ਹੁੰਦੀ ਅਸੀਂ ਕਸੂਰਵਾਰ ਸੀ, ਇਨਕੁਆਇਰੀ ਦੇ ਵਿੱਚ ਨਾ ਰਿਜ਼ਲਟ ਆਵੇ ਅਸੀਂ ਕਸੂਰਵਾਰ ਆ। ਲੇਕਿਨ ਅੱਜ ਤੁਸੀਂ ਪ੍ਰੀ ਜਜਮੈਂਟ ਔਰ ਪ੍ਰੀ ਇੱਕ ਮਾਹੌਲ ਬਣਾ ਕੇ ਆਪਾਂ ਪਹਿਲਾਂ ਹੀ ਕਹਿ ਦੇਣਾ ਵੀ ਇਹ ਚੀਜ਼, ਇਹਦੇ ਤੇ ਡਾਊਟਸ ਕਾਸਟ ਕਰਦੇ ਨੇ। ਇਹ ਜਿਹੜੀ ਇਨਕੁਆਇਰੀ ਆਈ ਆ, ਜਿਹੜੀ ਰਿਪੋਰਟ ਆਈ ਆ, ਇਹ ਵੀ ਤਾਂ ਕਾਂਗਰਸ ਪਾਰਟੀ ਦੇ ਲਵਾਏ ਹੋਏ ਅਫਸਰਾਂ ਵੱਲੋਂ ਆਈ ਆ, ਕੈਪਟਨ ਅਮਰਿੰਦਰ ਸਿੰਘ ਜੀ ਦੇ ਲਗਾਏ ਹੋਏ ਅਫਸਰਾਂ ਵੱਲੋਂ ਆਈ ਆ। ਉਹਨਾਂ ਨੂੰ ਇੱਕ ਮਾਹੌਲ ਦਿੱਤਾ ਵਾ ਵੀ ਜਿੱਥੇ ਗਲਤ ਹੋ ਰਿਹਾ ਵਾ ਉੱਥੇ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ। ਜੇ ਭਾਵੇਂ ਕੋਈ ਵੀ ਹੋਵੇ, ਭਾਵੇਂ ਉਹ ਮੰਤਰੀ ਹੋਵੇ, ਭਾਵੇਂ ਉਹ ਸੰਤਰੀ ਹੋਵੇ, ਭਾਵੇਂ ਕੋਈ ਵੀ ਹੋਵੇ, ਉਹਨੂੰ ਨਹੀਂ ਬਖਸ਼ਿਆ ਜਾਊਗਾ। ਇੱਕ ਮਾਹੌਲ ਆ, ਇੱਕ ਕੈਪਟਨ ਸਾਹਿਬ ਦਾ ਵਾਅਦਾ ਵਾ ਸਰਕਾਰ ਨਾਲ। ਔਰ ਅਗਰ ਇਹਦੇ ਵਿੱਚ ਤੁਸੀਂ ਇਹ ਨਹੀਂ ਕਹਿ ਸਕਦੇ ਨਾ, ਬਾਰ-ਬਾਰ ਇਹ ਨਹੀਂ ਕਿਹਾ ਜਾ ਸਕਦਾ ਵੀ ਨਹੀਂ ਹੁਣੇ ਹਟਾ ਦਿਓ, ਹੁਣੇ ਹਿਲਾ ਦਿਓ, ਆਹ ਕਰ ਦਿਓ। ਜਾਂ ਤਾਂ ਇਹੀ ਸੇਮ ਸਟੈਪ ਜਦੋਂ ਇਹਨਾਂ ਦੀ ਸਰਕਾਰਾਂ ਹੁੰਦੀਆਂ, ਮੈਂ ਤੁਹਾਨੂੰ 2 ਕੇਸ ਐਗਜ਼ਾਮਪਲ ਦੇ ਦਿੱਤੇ, ਫੇਕ ਡਿਗਰੀ ਕੇਸ ਤੁਸੀਂ ਵੇਖੋ, ਜਤਿੰਦਰ ਸਿੰਘ ਤੋਮਰ ਜੀ ਦਾ ਸ਼ਰੇਆਮ ਸਾਹਮਣੇ ਫੇਕ ਡਿਗਰੀ ਕੇਸ ਆਇਆ ਸੀਗਾ, ਇਹਨਾਂ ਨੇ ਕਿੰਨੇ ਦਿਨਾਂ ਬਾਅਦ ਹਟਾਇਆ। ਸੰਜੇ ਸਿੰਘ ਦੇ ਉੱਤੇ ਇਹਨਾਂ ਦੇ ਵਰਿਸ਼ਠ ਨੇਤਾਵਾਂ ਵੱਲੋਂ ਪੈਸੇ ਲੈਣ ਦੇ ਇਲਜ਼ਾਮ ਆਏ, ਦੁਰਗੇਸ਼ ਪਾਠਕ ਦੇ ਉੱਤੇ ਕਿੰਨੀ ਵਾਰ ਪੈਸੇ ਲੈਣ ਦੇ, ਟਿਕਟਾਂ ਵੇਚਣ ਦੇ ਇਲਜ਼ਾਮ ਆਏ, ਉਹਨਾਂ ਨੂੰ ਇਹ ਐਮਪੀ ਦੀ ਟਿਕਟਾਂ ਦੇਣ। ਇਹ 2 ਮਾਪਦੰਡ ਨਹੀਂ ਹੋ ਸਕਦੇ ਨਾ,
ਇਹਨਾਂ ਦੇ ਪਾਰਟੀ ਵਾਲਿਆਂ ਦੇ ਜਾਂ ਤਾਂ ਇਹੀ ਸੇਮ ਮਾਪਦੰਡ ਇਹ ਸੁਖਬੀਰ ਬਾਦਲ ਦੇ ਨਾਲ, ਵਿਕਰਮ ਮਜੀਠੀਆ ਦੇ ਨਾਲ, ਇਹ ਤੋਤਾ ਸਿੰਘ ਦੇ ਨਾਲ, ਇਹ ਆਪਣਾ ਕੀ ਕਹਿੰਦੇ ਦੇਸ਼ ਪ੍ਰਤਾਪ ਕੈਰੋ ਦੇ ਨਾਲ, ਇਹਨਾਂ ਦੇ ਵੱਲੋਂ ਜਦੋਂ ਇਨਕੁਆਇਰੀਆਂ ਹੁੰਦੀਆਂ ਵਾ, ਐਲੀਗੇਸ਼ਨ ਹੁੰਦੇ ਆ, ਤੁਸੀਂ ਕਿਹਾ ਸੀ ਸਭ ਹਮਾਮ में सब नंगे हैं, ਤੁਸੀਂ ਕਿਹਾ ਸੀ ਹਮਾਮ में सब नंगे हैं, ਮੈਂ ਉਹੀ ਗੱਲ ਕਹਿਣਾ, ਅਗਰ ਤਾਂ ਕੋਈ ਉਹ ਇਲਜ਼ਾਮ ਲਾਵੇ ਜਿਨ੍ਹਾਂ ਨੇ ਜਿਹੜੇ ਇਹੀ ਸੇਮ ਮਾਪਦੰਡ ਆਪਣੀ ਪਾਰਟੀ ਵਿੱਚ ਲਾਉਂਦੇ ਆ। ਅੱਛਾ ਮੇਰਾ ਇੱਕ ਸਵਾਲ ਹੈ, ਇਹੀ ਮਾਪਦੰਡ ਅਗਰ ਆਪਣੀ ਪਾਰਟੀ ਤੇ ਲਾਉਂਦੇ ਅਸੀਂ ਵੀ ਉਸ ਚੀਜ਼ ਨੂੰ ਮੰਨ ਲੈਂਦੇ ਢਿੱਲੋਂ ਸਾਹਿਬ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਨਵਨੀਤ ਜੀ, ਇੱਕ ਮਿੰਟ ਪਵਨ ਜੀ, ਬਸ ਇੱਕ ਮਿੰਟ ਦਿਓ ਪਵਨ ਜੀ, ਆ ਗਿਆ ਮੈਂ ਜਰਾ ਅਗਲੇ ਡਾਈਵਰਟ ਹੋ ਰਿਹਾ, ਮੈਨੂੰ ਪਤਾ ਹੈ, ਮੈਂ ਆ ਰਿਹਾ, ਡਾਈਵਰਟ ਨਹੀਂ ਹੋ ਰਿਹਾ ਢਿੱਲੋਂ ਸਾਹਿਬ ਮੈਂ ਆ ਰਿਹਾ, ਮੇਰਾ ਇਹੀ ਸਵਾਲ ਆ ਕਿ ਸੇਮ ਮਾਪਦੰਡ ਪਾਰਟੀਆਂ ਦੇ ਵਿੱਚ ਪਾਰਟੀ ਤੇ ਲਾਉਂਦੇ ਆ। ਢਿੱਲੋਂ ਸਾਹਿਬ ਪਾਰਟੀਆਂ ਦੇ ਵਿੱਚ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ, ਕਿ ਤੁਹਾਡੀ ਪਾਰਟੀ ਦੇ ਵਿੱਚ ਬਾਜਵਾ ਸਾਹਿਬ ਕੀ ਕਰ ਰਹੇ ਨੇ, ਦੁੱਲਾ ਸਾਹਿਬ ਕੀ ਕਰ ਰਹੇ, ਮੈਂ ਉਹਦੇ ਤੇ ਨਹੀਂ ਜਾ ਰਿਹਾ, ਚੱਲਦਾ ਪੰਜਾਬ ਦੇ ਲੋਕਾਂ ਦਾ ਪੈਸਾ, ਦਲਿਤ ਵਿਦਿਆਰਥੀਆਂ ਦਾ ਪੈਸਾ, ਸਰਕਾਰ ਦੀ ਕਾਰਗੁਜ਼ਾਰੀ, ਗੱਲ ਉਹਦੀ ਹੋ ਰਹੀ ਹੈ। ਜ਼ੀਰੋ ਟੋਲਰੈਂਸ ਔਰ ਬਤਾਰ ਪੰਜਾਬ ਵਿੱਚ ਕਾਂਗਰਸ ਰਿਸਪੌਂਸਿਬਲੀ ਇਸ ਗੱਲ ਨੂੰ ਕਹਿੰਦੀ ਆ, ਅਗਰ ਸਾਡੀ ਸਰਕਾਰ ਦੇ ਵਿੱਚ ਅਸੀਂ ਦਮ ਰੱਖਦੇ ਆ ਇਸ ਗੱਲ ਨੂੰ ਆਵਾਜ਼ ਚੱਕਣ ਦਾ, ਅਗਰ ਇਹਨਾਂ ਨੇ ਕਿਤੇ ਸਾਨੂੰ ਪਰ ਲੇਕਿਨ ਫੇਅਰ ਟ੍ਰਾਇਲ ਤੋਂ ਬਿਨਾਂ ਨਹੀਂ, ਔਰ ਅਗਰ ਇਹ ਦੂਜੀ ਪਾਰਟੀਆਂ ਵਾਲੇ ਗੱਲ ਕਰਨ, ਅਗਰ ਸੇਮ ਮਾਪਦੰਡ ਆਪਣੀ ਪਾਰਟੀ ਵਾਲੇ ਲੀਡਰਾਂ ਦੇ ਉੱਤੇ ਲਾਉਂਦੇ, ਹੁਣ ਪਹਿਲੇ ਦਿਨ ਚ ਇਹਨਾਂ ਨੇ ਇਸਤੀਫੇ ਲੈ ਲਏ, ਪਹਿਲੇ ਦਿਨ ਚ ਇਹਨਾਂ ਨੇ ਬੰਦੇ ਬਾਹਰ ਕੱਢਤੇ, ਇਹਨਾਂ ਤੋਂ ਪੁੱਛੋ ਅਗਰ ਇਹਨਾਂ ਨੇ ਕੀਤੇ ਹੋਣ ਤੇ ਅਸੀਂ ਵੀ ਕਰਦੇ ਆ। ਠੀਕ ਹੈ ਪਵਨ ਕੁਮਾਰ ਟੀਨੂ ਜੀ, ਦੇਖੋ ਜਿੰਨਾ ਕਾਂਗਰਸ ਦੇ ਸਪੋਕਸਮੈਨ ਜਿੰਨਾ ਨਾ ਉੱਚਾ ਬੋਲ ਕੇ ਸਾਬਿਤ ਕਰਨ ਦੀ ਕੋਸ਼ਿਸ਼ ਕਰਦੇ ਆ, ਉਹਨਾਂ ਹੀ ਮੇਰਾ ਖਿਆਲ ਜਿਹੜੇ ਸੁਣ ਰਹੇ ਲੋਕ ਉਹਨਾਂ ਨੂੰ ਸਮਝ ਆ ਰਹੀ ਆ ਕਿ ਸਰਕਾਰ ਦੀ ਕਾਰਜਕਾਰੀ 'ਚ, ਮੰਤਰੀ ਜੀ ਦੀ ਕਾਰਜਕਾਰੀ 'ਚ ਗੜਬੜ ਆ ਪੂਰੀ। ਆ ਸਾਰਾ ਇਹਨਾਂ ਨੇ ਫੇਅਰ ਟ੍ਰਾਇਲ, ਜ਼ੀਰੋ ਟੋਲਰੈਂਸ ਡਾਇਲੋਗ ਇੱਕੋ ਇੱਕ ਗੱਲ ਕਰੀ ਜਾਂਦੇ ਆ। ਫਿਰ ਇਹਨਾਂ ਨੇ ਇਹ ਗੱਲ ਕਹੀ ਵੀ ਦੂਜੀਆਂ ਸਟੇਟਾਂ 'ਚ ਵੀ ਗੜਬੜ ਹੋਈ ਆ। ਇਹ ਠੀਕ ਹੈ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਢਿੱਲੋਂ ਸਾਹਿਬ, ਰਾਜਸਥਾਨ ਜਿੱਥੇ ਕਾਂਗਰਸ ਦੀ ਸਰਕਾਰ ਆ, ਮੱਧ ਪ੍ਰਦੇਸ਼ ਜਿੱਥੇ ਬੀਜੇਪੀ ਦੀ ਸਰਕਾਰ ਆ, ਉੱਥੇ ਉਹਨਾਂ ਨੇ ਆਪਣੇ ਖਜ਼ਾਨੇ 'ਚੋਂ ਇੱਕ ਸਟੂਡੈਂਟ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਪੈਸਾ ਦਿੱਤਾ, ਇੱਕ ਵੀ ਬੱਚਾ ਨਹੀਂ ਰਹਿਣ ਦਿੱਤਾ ਉਹਨਾਂ ਨੇ। ਤੇ ਤੁਸੀਂ ਆਪਣੇ ਵੱਲੋਂ ਤਾਂ ਕੀ ਦੇਣਾ ਸੀ ਪੰਜਾਬ 'ਚ, ਤੁਸੀਂ ਤਾਂ ਕੇਂਦਰ ਦਾ ਭੇਜਿਆ ਪੈਸਾ ਵੀ ਹੜੱਪ ਕੀਤਾ, ਔਰ ਤੁਹਾਡੇ ਧਰਮਸੋਤ ਜੀ ਇਹੀ ਕਹਿੰਦੇ ਰਹੇ ਬਾਰ-ਬਾਰ ਗੱਲ ਕਿ ਨਹੀਂ ਕੇਂਦਰ ਨਹੀਂ ਭੇਜਦਾ। ਹੁਣ 309 ਕਰੋੜ ਰੁਪਈਆ ਅੱਜ ਦੀ ਡੇਟ 'ਚ ਵੀ ਤੁਹਾਡੇ ਖਜ਼ਾਨੇ 'ਚ ਪਿਆ, ਉਹ ਕਦੋਂ ਜਾਰੀ ਕਰਾ ਦਿਓਗੇ? 15 ਕਰੋੜ ਰੁਪਈਆ ਬੈਕਵਰਡ ਕਲਾਸਿਸ ਸਟੂਡੈਂਟ ਦਾ 2 ਸਾਲ ਤੋਂ ਤੁਹਾਡੇ ਖਜ਼ਾਨੇ 'ਚ ਪਿਆ, ਉਹ ਵੀ ਨਹੀਂ ਦਿੱਤਾ ਤੁਸੀਂ। ਹੋ ਗਿਆ, ਤੁਸੀਂ ਚਿੱਠੀ ਲਿਖੀ, ਤੁਸੀਂ ਚਿੱਠੀ ਲਿਖੀ ਆਪਣਾ ਕੀ ਕਹਿੰਦੇ ਇਨਕੁਆਇਰੀ ਕੀਤੀ ਜਾਵੇ, ਠੀਕ ਆ, ਤੁਸੀਂ ਲਿਖੀ, ਤੁਹਾਡੇ ਯੂਨੀਅਨ ਮਿਨਿਸਟਰ ਵੱਲੋਂ ਲਿਖੀ ਗਈ, ਇਨਕੁਆਇਰੀ ਕੀਤੀ ਜਾਵੇ ਇਸ ਇੰਬੈਜ਼ਲਮੈਂਟ ਵਿੱਚ। ਅੱਜ ਤੱਕ ਤੁਸੀਂ ਇੱਕ ਵੀ ਚਿੱਠੀ ਲਿਖੀ ਵੀ ਇਹ ਬੱਚਿਆਂ ਨੂੰ ਜਿਹੜਾ ਪੈਸਾ ਨਹੀਂ ਦਿੱਤਾ ਹੋਇਆ ਉਹਦੇ ਦਿੱਤਾ ਜਾਵੇ? ਇਹ ਤੁਹਾਡੇ ਡਬਲ ਸਟੈਂਡਰਡਸ ਸਾਹਮਣੇ ਆਉਂਦੇ ਆ। ਤੁਸੀਂ ਇਹ ਤਾਂ ਚਿੱਠੀ ਲਿਖ ਸਕਦੇ ਹੋ ਵੀ ਇਨਕੁਆਇਰੀਆਂ ਕੀਤੀਆਂ ਜਾਣ, ਲੇਕਿਨ ਕਦੀ ਤੁਸੀਂ ਅੱਜ ਤੱਕ ਇੱਕ ਵਾਰ ਤੁਸੀਂ ਯੂਨੀਅਨ ਗਵਰਨਮੈਂਟ ਬੈਠੇ ਹੋ, ਤੁਸੀਂ ਇੱਕ ਵਾਰ ਪੈਸੇ ਦਿਵਾਉਣ ਦੀ ਗੱਲ ਕੀਤੀ? ਤੁਸੀਂ, ਮੈਂ ਤੁਹਾਨੂੰ ਇੱਕ ਕਲੀਅਰ ਗੱਲ ਆ, ਤੁਸੀਂ ਬਾਰ-ਬਾਰ ਜਿਹੜੇ ਯੂਨੀਅਨ ਗਵਰਨਮੈਂਟ ਨੇ ਪੈਸੇ ਦਿੱਤੇ ਤੁਸੀਂ ਦੱਬੀ ਬੈਠੇ ਹੋ। ਤੁਸੀਂ ਅੱਜ ਤੱਕ ਇੱਕ ਵੀ ਚਿੱਠੀ ਲਿਖੀ ਵੀ ਤੁਸੀਂ ਪੈਸੇ ਦਿੱਤੇ ਜਾਣ? ਤੁਸੀਂ ਦੱਬੀ ਬੈਠੇ। ਮੈਂ ਕਹਿੰਦਾ ਤੁਹਾਡੀ ਸਰਕਾਰ ਆ, ਤੁਹਾਡੀ ਸੈਂਟਰ ਸਰਕਾਰ ਆ, ਤੁਸੀਂ ਅੱਜ ਚਿੱਠੀ ਇਨਕੁਆਇਰੀ ਵਾਸਤੇ ਤਾਂ ਲਿਖ ਸਕਦੇ ਹੋ, ਚੀਫ ਲੇਕਿਨ ਇਲੈਕਸ਼ਨ ਤੁਸੀਂ ਕਮਿਸ਼ਨ ਨੂੰ ਮਿਲ ਕੇ ਆਏ ਆ, ਚਿੱਠੀ ਨਹੀਂ ਲਿਖ ਸਕਦੇ ਕਿ 329 ਕਰੋੜ ਰੁਪਈਆ ਪੰਜਾਬ ਸਰਕਾਰ ਦੱਬ ਕੇ ਬੈਠੀ ਹੋ ਦਵਾਓ। ਤੁਸੀਂ ਲਗਾਤਾਰ ਪੈਸਾ ਦੱਬਿਆ, ਤੁਸੀਂ ਇੱਕ ਬੜੇ ਧਨੱਤੇਦਾਰ ਲੀਡਰ ਹੋ, ਤੁਸੀਂ ਬੜੇ ਧਨੱਤੇਦਾਰ ਲੀਡਰ ਹੋ, ਤੁਸੀਂ ਦੁਆਬੇ ਦੇ ਵਿੱਚ ਬੜੀ ਆਵਾਜ਼ ਚੱਕਦੇ ਹੋ, ਔਰ ਮੈਂ ਤੁਹਾਡੇ ਤੋਂ ਵੀ ਇੱਕ ਸਵਾਲ ਪੁੱਛਦਾ, ਕੀ ਤੁਸੀਂ ਅੱਜ ਤੱਕ ਚਿੱਠੀ ਲਿਖੀ ਵੀ ਉਹ ਬੱਚਿਆਂ ਦਾ ਸਕਾਲਰਸ਼ਿਪ ਦਾ ਪੈਸਾ ਉਹਨਾਂ ਨੂੰ ਦਿੱਤਾ ਜਾਵੇ ਆਪਣੀ? ਤੁਸੀਂ ਫਿਰ ਮੇਰੀ ਗੱਲ ਤਾਂ ਸੁਣ ਲਓ, ਤੁਸੀਂ ਲਿਖੀ ਚਿੱਠੀ। ਜਦੋਂ ਦੀ ਤੁਹਾਡੀ ਸਰਕਾਰ ਆਈ ਹੈ, ਸੁਣੋ ਇੱਕ ਮਿੰਟ, ਜਦੋਂ ਦੀ ਤੁਹਾਡੀ ਸਰਕਾਰ ਆਈ ਆ 329 ਕਰੋੜ ਇੱਕ ਵਾਰੀ, 115 ਇੱਕ ਵਾਰੀ, 303 ਇੱਕ ਵਾਰੀ, 309 ਇੱਕ ਵਾਰੀ, ਤੁਸੀਂ ਦੱਸੋ ਉਹਨਾਂ ਨੂੰ ਜਾਰੀ ਕਿੰਨੇ ਇਨਕੁਆਇਰੀ ਵਾਸਤੇ ਤਾਂ ਚਿੱਠੀਆਂ ਲਿਖਦੇ ਹੋ, ਤੁਸੀਂ ਇਨਕੁਆਇਰੀਆਂ ਵਾਸਤੇ ਚਿੱਠੀਆਂ ਲਿਖਦੇ ਹੋ, ਤਾਂ ਚਿੱਠੀ ਨਹੀਂ ਲਿਖੀ ਗਈ ਬੱਚਿਆਂ ਦੇ ਸਕਾਲਰਸ਼ਿਪ ਵਾਸਤੇ? ਬਾਗਾ ਸਾਹਿਬ ਜਾਰੀ ਕਰਵਾ ਕੇ ਲਿਆਏ ਚਿੱਠੀ ਤਾਂ ਤੁਸੀਂ ਕੀ ਲੈਣਾ? ਬਾਗਾ ਸਾਹਿਬ, ਰਾਜੇਸ਼ ਬਾਗਾ ਜੀ ਪੈਸੇ ਜਾਰੀ ਕਰਵਾ ਕੇ ਲਿਆਏ, ਰਾਜੇਸ਼ ਬਾਗਾ ਜੀ ਤੁਸੀਂ ਤਾਂ ਠੀਕ ਹੈ ਪਵਨ ਜੀ ਆ ਰਹੇ, ਮੇਰੇ ਕੋਲ 30 ਸੈਕਿੰਡ ਨੇ ਬਿਆਦ ਖਾਨੇ ਆ। ਬਾਗਾ ਸਾਹਿਬ ਇਹ ਵੀ ਦੱਸ ਦਿਓ ਵੀ ਕੋਈ ਇਹ ਪਾਰਟੀਆਂ ਆਪਣੇ ਲੀਡਰਾਂ ਦੇ ਉੱਤੇ ਜਦੋਂ ਇਲਜ਼ਾਮ ਲੱਗਦੀਆਂ ਇਹੀ ਮਾਪਦੰਡ ਅਪਣਾਉਂਦੀਆਂ, ਉਹਦਾ ਜਵਾਬ ਨਹੀਂ ਦਊਗਾ ਕੋਈ ਵੀ, ਉਹਦਾ ਕੋਈ ਜਵਾਬ ਨਹੀਂ। ਠੀਕ ਹੈ ਬਾਗਾ ਸਾਹਿਬ, ਲੀਡਰਾਂ ਤੇ ਜਦੋਂ ਐਲੀਗੇਸ਼ਨ ਲੱਗਦੀਆਂ ਧਰਮਸੋਤ ਦੀ ਹੋ ਰਹੀ ਆ, ਧਰਮਸੋਤ ਦੀ ਗੱਲ ਕਰੋ ਵੀ ਉਹਨੇ ਚੰਗਾ ਕੰਮ ਕੀਤਾ ਕਿ ਮਾੜਾ ਕੰਮ ਕੀਤਾ। ਆਪਾਂ ਇਸ ਵੱਡੇ ਚੈਨਲ ਤੇ ਬੋਲ ਰਹੇ ਆ, ਆਪਾਂ ਨੂੰ ਇਦਾਂ ਨਹੀਂ ਗੱਲ, ਮੈਂ ਪਹਿਲਾਂ ਵੀ ਕਿਹਾ ਢਿੱਲੋਂ ਵੀ ਸਾਡਾ ਬਹੁਤ ਵੱਡਾ ਲੀਡਰ ਆ, ਸਟੇਟ ਦਾ ਬਹੁਤ ਵੱਡੀ ਜ਼ਿੰਮੇਵਾਰੀ ਆ, ਆਪਾਂ ਜਦੋਂ ਵੀ ਬੋਲਣਾ ਸੋਚ ਕੇ ਵੀ ਉਹ ਸਚਾਈ ਆ ਕਿ ਨਹੀਂ। ਇਹਨਾਂ ਨੂੰ ਪਤਾ ਹੀ ਨਹੀਂ ਕਦੀ ਵੀ ਕਿਸੇ ਨੇ ਦਿੱਲੀ ਲੈਟਰ ਲਿਖਿਆ ਜਾਂ ਨਹੀਂ ਲਿਖਿਆ, ਇਹ ਸਕੀਮ ਚੱਲੀ ਕਿੱਦਾਂ, ਕਿਹੜੇ ਪੰਗੇ ਪਏ। ਕਮਿਸ਼ਨ 'ਚ ਮੈਨੂੰ ਆਪ ਜ਼ਿਆਦਾ 9000 ਬੱਚਾ ਸੀ, ਅਸੀਂ ਲੜ ਕੇ ਸਰਕਾਰ ਨਾਲ ਇੱਥੇ ਮਿਹਨਤ ਕਰਦੇ ਸੀ,
ਮਿਹਨਤ ਕਰਕੇ 3,40,000 ਸਟੂਡੈਂਟ ਲੈ ਗਿਆ। ਪੰਜਾਬ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਤੇ ਕੰਮ ਕਰਕੇ ਗਈਆਂ, ਬਹੁਤ ਲੋਕਾਂ ਨੇ ਤੇ ਸੰਘਰਸ਼ ਕੀਤਾ। ਉਹਦਾ ਫਾਇਦਾ ਇਹ ਹੋਇਆ ਵੀ ਬੱਚੇ ਬਹੁਤ ਸਾਰੇ ਪਾਇਲਟ ਤੱਕ ਬਣ ਕੇ ਗਏ ਇਸ ਸਕੀਮ ਚੋਂ, ਬਹੁਤ ਬੱਚੇ ਅੱਗੇ ਨਿਕਲ ਗਏ। ਪਰੰਤੂ ਅੱਜ ਜਿਹੜਾ ਪੈਸਾ ਆਇਆ, ਬਹੁਤ ਸਾਰੀਆਂ ਗੁਆਂਢੀ ਸੂਬੇ ਸਟੇਟਾਂ ਨੇ, ਕਿਉਂਕਿ ਪੈਸਾ ਕੇਂਦਰ ਜਦੋਂ ਦਿੰਦਾ, ਜਦੋਂ ਸਾਡੀ ਐਨਓਸੀ ਜਾਂਦੀ ਆ, ਉਹ ਇੱਕ ਸਿਸਟਮ ਬਣਿਆ ਹਰੇਕ ਸਟੇਟ ਦਾ, ਉਹ ਜਦੋਂ ਪੈਸੇ ਖਰਚ ਕੇ ਦੱਸ ਦੂਗੇ ਵੀ ਸਾਡੇ ਪੈਸੇ ਸਹੀ ਬੱਚਿਆਂ ਤੱਕ ਪਹੁੰਚ ਗਏ ਆ, ਫਿਰ ਅਗਲੇ ਜਾਰੀ ਹੋਏ। ਮੈਨੂੰ ਸਮਾਂ ਥੋੜਾ ਇਜਾਜ਼ਤ ਨਹੀਂ ਦੇ ਰਿਹਾ। ਬਾਗਾ ਸਾਹਿਬ ਬਹੁਤ ਬਹੁਤ ਧੰਨਵਾਦ। ਬੀਬੀ ਮਾਣੂਕੇ ਜੀ ਵੀ ਕੁਝ ਕਹਿਣਾ ਚਾਹ ਰਹੇ ਸੀ ਪਰ ਬਿਲਕੁਲ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਸਾਰਿਆਂ ਦਾ ਧੰਨਵਾਦ, ਬਰਿੰਦਰ ਢਿੱਲੋਂ ਜੀ, ਪਵਨ ਕੁਮਾਰ ਟੀਨੂ ਜੀ, ਬੀਬੀ ਮਾਣੂਕੇ ਜੀ ਔਰ ਰਾਜੇਸ਼ ਬਾਗਾ ਜੀ। ਪਰ ਸਵਾਲ ਵੱਡੇ ਨੇ, ਜਿਵੇਂ ਮੈਂ ਇਸ ਪੂਰੀ ਚਰਚਾ ਦੇ ਵਿੱਚ ਵੀ ਕਿਹਾ ਕਿ ਹਮਾਮ 'ਚ ਸਭ ਨੰਗੇ ਨੇ, ਸਿਆਸਤ ਦੇ ਵਿੱਚ ਹੁੰਦਾ ਹੀ ਹੈ। ਇਨਕੁਆਰੀਆਂ ਮਾਰਕ ਹੁੰਦੀਆਂ ਨੇ, ਇਨਕੁਆਰੀਆਂ 'ਚੋਂ ਨਿਕਲਦਾ ਕੀ ਹੈ ਪੰਜਾਬ ਦੇ ਲੋਕਾਂ ਨੂੰ ਮੇਰੇ ਤੋਂ ਜ਼ਿਆਦਾ ਬਿਹਤਰ ਪਤਾ ਹੈ। SIT ਜਿੰਨੀਆਂ ਬਣੀਆਂ ਉਹਦੇ 'ਚ ਕੀ ਨਿਕਲਿਆ। ਪਰ ਸਵਾਲ ਵੱਡਾ ਹੈ ਉਸ ਵਰਗ ਦਾ ਜਿਹਦੇ ਲਈ ਸਿਸਟਮ ਤੋਂ ਹੀ ਉਮੀਦ ਹੈ ਔਰ ਉਹਨੂੰ ਵੀ ਸਿਸਟਮ ਤੋਂ ਹੀ ਉਮੀਦ ਹੈ। ਸਿਸਟਮ ਨੂੰ ਉਸ ਤੋਂ ਉਮੀਦ ਕੀ ਹੈ ਕਿ ਸਭ ਤੋਂ ਵੱਡਾ ਵੋਟ ਬੈਂਕ ਹੈ ਪੰਜਾਬ 'ਚ। ਜੇ ਉਹਦੇ ਲਈ ਆਏ ਪੈਸੇ ਦੇ ਵਿੱਚ ਗੜਬੜ ਸਾਹਮਣੇ ਆ ਰਹੀ ਹੈ ਤਾਂ ਸਵਾਲ ਵੱਡੇ ਨੇ ਔਰ ਸਰਕਾਰ ਨੂੰ ਇਹਨਾਂ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ ਹੈ, ਚਾਹੇ ਉਹ ਜਾਂਚ ਰਾਹੀਂ ਜਾਂ ਆਪਣੇ ਕੋਈ ਸਖਤ ਫੈਸਲੇ ਰਾਹੀਂ।